शस्त्र साज दानव रन आवा, अमित कोप कर शंख बजावा। कंपी भूम गगन कहराना, अतुल बीरज कह और रसाना। शस्त्र साज दानव रन आवा। शस्त्र साज दानव रन आवा। ਜਿਹੜੇ ਮਨਮੁਖ ਸੀਗੇ ਉਹ ਪਹਿਲਾਂ ਉਹਨਾਂ ਨੂੰ ਚੈਲੰਜ ਹੁੰਦਾ ਹੈ। ਅਸਲ ਦੇ ਵਿੱਚ ਜਿੱਥੇ ਅਰਧ ਰਾਤਰੀ ਵੀ ਜਬ ਹੀ ਆਗਿਆ ਭਈ ਨਾਥ ਕੀ ਤਬੀ, ਆਗਿਆ ਭਈ ਨਾਥ ਕੀ ਤਬੀ ਦਾ ਮਤਲਬ ਇਹ ਹੈ ਜਦੋਂ ਮਨ ਟਿਕ ਜਾਂਦਾ ਨਾ, ਸੰਤੋਖ ਹੋ ਜਾਂਦਾ, ਉਦੋਂ ਬੱਦਲ ਚੋਂ ਕੋਈ ਕੋਈ ਬੂੰਦ ਜਿਵੇਂ ਗਿਰਦੀ ਹੈ, ਹਾਜ਼ਰ ਹੁੰਦਾ ਮੇਘਾ ਤੋਂ ਉੱਤੇ। ਉਹ ਜਿਹੜੀ ਹੈ ਨਾ ਪਿੰਨੀ ਰੈਣੜੀ ਹੈ, ਚਮਕਣ ਤਾਰੇ ਅਜੋ ਧਾਰ ਕਿਰਪਾ ਧਾਰ ਨਹੀਂ ਬਸ ਵਰਸੀ, ਧਾਰ ਤਾਂ ਨਹੀਂ ਵਰਸੀ, ਬਰਸੋ ਕਿਰਪਾ ਧਾਰ ਨਹੀਂ, ਬਰਸੋ ਕਿਰਪਾ ਧਾਰ। ਪਰ ਕੋਈ ਬੂੰਦਾਬਾਂਦੀ ਹੋਣ ਲੱਗੀ, ਕੋਈ ਕੋਈ ਗੱਲ ਦੀ ਆਪੇ ਸਮਝ ਆਉਣ ਲੱਗ ਜਾਂਦੀ ਹੈ ਗੁਰਬਾਣੀ ਚੋਂ। ਔਰ ਇਹੋ ਜਿਹੀ ਸਮਝ ਆਉਂਦੀ ਹੈ ਜਿਹੜੇ ਭੁਲੇਖੇ ਹੁੰਦੇ ਨੇ, ਜਿਹੜੇ ਮੱਤ 'ਚ ਭੁਲੇਖੇ ਹੁੰਦੇ ਨੇ ਨਾ, ਉਹ ਪਲਟਣ ਲੱਗ ਜਾਂਦਾ ਕੋਈ ਕੋਈ ਪੱਤਾ ਹਵਾ ਨੂੰ। ਇਹ ਤਾਂ ਗੱਲ ਆਇਆ ਤਾਂ ਹੈ ਹੀ ਨਹੀਂ। ਉਹ ਜਦ ਉਹ ਕੱਲੀ ਕੱਲੀ ਗੱਲ ਦੱਸਦਾ ਹੈ, ਉਹਦੇ ਭਰਮ ਗਿਆਨੀ ਨੇ ਉਹਨਾਂ ਨੂੰ ਚੈਲੰਜ ਹੁੰਦਾ, ਗਿਆਨੀਆਂ ਨੂੰ ਵੀ ਚੈਲੰਜ ਹੁੰਦਾ ਉਸ ਵੇਲੇ ਦੇ ਜਿਹੜੇ ਗਿਆਨੀ ਹੁੰਦੇ ਨੇ। ਗਿਆਨੀ ਤਾਂ ਅਸਲ 'ਚ ਭਰਮ ਗਿਆਨੀ ਹੁੰਦੇ ਨੇ। ਉਹ ਜਿਹੜੇ ਵਿਰੋਧੀ ਹੁੰਦੇ ਨੇ ਨਾ ਦੂਏ, ਜਿਹਨੂੰ ਅਸੁਰ ਕਹਿੰਦੇ ਨੇ, ਜਿਹੜੇ ਧਰਮ ਦੇ ਗਿਆਨ ਤੋਂ ਹੀ ਵੱਖਰੇ ਅੱਡ ਖੜੇ ਨੇ, ਜਿਹੜੇ ਧਰਮ ਨੂੰ ਇੱਕ ਨਸ਼ਾ ਹੀ ਮੰਨਦੇ ਨੇ, ਦੁਨੀਆ ਹੀ ਸਭ ਕੁਛ ਹੈ। ਜਿਵੇਂ ਬੁੱਧ ਕਹਿੰਦਾ ਵੀ ਜੋ ਸਾਹਮਣੇ ਦੀਂਦਾ ਹੈ ਸੱਚ, ਉਹਨੂੰ ਤਾਂ ਤੁਸੀਂ ਕਹਿੰਦੇ ਹੋ ਝੂਠ ਹੈ, ਜੋ ਦੀਂਦਾ ਨਹੀਂ ਉਹਨੂੰ ਕਹਿੰਦੇ ਹੋ ਸੱਚ ਹੈ। ਇਹਨੂੰ ਨਹੀਂ ਅਸੀਂ ਮੰਨਦੇ। ਜੋ ਦੀਂਦਾ ਉਹ ਸੱਚ ਹੈ ਸਾਹਮਣੇ, ਜੋ ਦੀਂਦਾ ਹੀ ਨਹੀਂ ਉਹਦਾ ਕੀ ਸਬੂਤ ਹੈ ਕਿ ਨਹੀਂ ਹੈ। ਉਹਨਾਂ ਦੀ ਇਹ ਦਲੀਲ ਹੈ ਬੋਧੀਆਂ ਦੀ। ਹਾਲਾਂਕਿ ਹੁਣ ਉਹ ਦਲੀਲ ਤੇ ਨਹੀਂ ਖੜੇ, ਉਹ ਦਲੀਲ ਹਲਕੀ ਸੀ। ਅਗਲਿਆਂ ਨੇ ਆਤਮਾ ਦੀ ਗੱਲ ਦੱਸੀ ਵੀ ਆਤਮਾ ਦਿਖਾਓ ਫਿਰ ਕਿੱਥੇ ਨਿਕਲਦੀ। ਹੁਣ ਉਹ ਬਦਲ ਗਏ, ਮੂਲ ਇੱਥੇ ਗੱਲ ਸੀ ਪਹਿਲਾਂ ਉਹਨਾਂ ਦੀ। ਬਦਲਣਾ ਪਿਆ ਵੀ ਉਹ ਗੱਲ ਕਮਜ਼ੋਰ ਹੈ। ਆਤਮਾ ਨੂੰ ਤਾਂ ਉਹ ਦੇਖ ਨਹੀਂ ਸਕਦਾ ਜਾਂ ਨਿਕਲਦੀ ਹੈ। ਇਹ ਵੀ ਨਹੀਂ ਮੰਨ ਸਕਦੇ ਵੀ ਆਤਮਾ ਕੁਛ ਹੈ ਨਹੀਂ। ਆਤਮਾ ਦੀ ਗੱਲ ਗੀਤਾ ਕਰਦੀ ਹੈ, ਆਤਮਾ ਅਮਰ ਹੈ। ਜੋ ਵਸਤੂ ਅਮਰ ਹੈ ਅੱਖਾਂ ਨੂੰ ਨਹੀਂ ਦਿਖ ਸਕਦੀ। ਜੋ ਵਸਤੂ ਅਮਰ ਹੈ ਅੱਖਾਂ ਨੂੰ ਦਿਖ ਨਹੀਂ ਸਕਦੀ। ਅੱਖਾਂ ਨੂੰ ਕੀ ਦਿੰਦਾ? ਜੋ ਨਾਸਵੰਤ ਹੈ, ਜੋ ਦਿਸੈ ਸੋ ਸਗਲ ਨਾਸਵੰਤ ਚੀਜ਼ ਅੱਖਾਂ ਨੂੰ, ਕਿਉਂਕਿ ਅੱਖਾਂ ਵੀ ਨਾਸਵੰਤ ਨੇ ਨਾ। ਜਿਹੜੀ ਅੱਖ ਨਾਸਵੰਤ ਹੈ ਉਹਨੂੰ ਨਾਸਵੰਤ ਚੀਜ਼ ਦਿੰਦੀ ਹੈ, ਉਹਦੇ ਥਰੂ ਅੱਖ ਤਾਂ ਦੇਖਦੀ ਨਹੀਂ, ਉਹਦੇ ਥਰੂ ਨਾਸਵੰਤ ਚੀਜ਼ ਦੇਖੀ ਜਾ ਸਕਦੀ ਹੈ। ਹੁਣ ਮੈਂ ਸੰਸ਼ੋਧਨ ਕੀਤਾ ਗੱਲ ਦੇ ਵਿੱਚ ਭਾਸ਼ਾ 'ਚ, ਅੱਖ ਤਾਂ ਦੇਖਦੀ ਨਹੀਂ। ਜਿਹੜੀ ਸਾਡੀ ਆ ਅੱਖ ਹੈ ਮਾਇਆ ਵਾਲੀ, ਇਹਦੇ ਥਰੂ ਜਦ ਦੇਖਾਂਗੇ ਮਾਇਆ ਹੀ ਦੇਖ ਸਕਦੇ ਹਾਂ। ਮਾਇਆ ਦੀ ਉਹ ਅੱਖ ਹੈ ਨਾ, ਇਹ ਸਾਨੂੰ ਮਾਇਆ ਹੀ ਦਿਖਾਊ, ਮਾਇਆ ਦਾ ਦਰਸ਼ਨ ਕਰੂ। ਅੱਖ ਵੀ ਝੂਠ ਹੈ, ਝੂਠੀ ਹੈ, ਮਾਇਆ ਵੀ ਝੂਠੀ ਹੈ। ਜਿਹੜੀ ਦੇਖਣ ਵਾਲੀ ਅੱਖ 'ਚ ਸੱਤ ਅੱਖ ਲੈਣ, ਉਹਦੇ ਸਹੀ ਉਹ ਦੇਖੂ, ਉਹ ਨਿਰਾਕਾਰੀ ਹੈ। ਦੇਖਣ ਸ਼ਕਤੀ ਨਿਰਾਕਾਰੀ ਹੈ। ਉਹ ਦੇਖਣ ਸ਼ਕਤੀ ਜਾਂ ਦੇਖੂਗੀ ਬਿਨਾਂ ਇਸ ਅੱਖ ਤੇ, ਉਹਦੇ ਨਾਲ ਦਰਸ਼ਨ ਹੋਣਾ ਨਿਰਾਕਾਰ ਦਾ। ਨਿਰਾਕਾਰ ਨਾਲੇ ਦਰਸ਼ਨ ਹੋਣਾ, ਉੱਥੇ ਮਾਇਆ ਵਿੱਚੋਂ ਨਿਕਲ ਜਾਣੀ ਹੈ, ਐਲੀਮੀਨੇਟ ਹੋ ਜਾਣੀ ਹੈ। ਫਿਰ ਜੇ ਅੱਖ ਤੇ ਬਿਨਾਂ ਦੇਖਣਾ ਫਿਰ ਸਰੀਰ ਦੀ ਲੋੜ ਕੀ ਹੈ? ਜੇ ਅੱਖ ਤੇ ਬਿਨਾਂ ਦੇਖਣਾ ਤਿਰਕੁਟੀ ਦੀ ਲੋੜ ਕੀ ਹੈ? ਦਿਮਾਗ ਦੀ ਲੋੜ ਕੀ ਹੈ? ਜੇ ਕੰਨਾਂ ਤੋਂ ਬਿਨਾਂ ਸੁਣਨਾ ਤਾਂ ਦਿਮਾਗ ਦੀ ਲੋੜ ਕੀ ਹੈ? ਇਸ ਕਰਕੇ ਉੱਥੇ ਬ੍ਰੇਨ ਦੀ ਤਿਰਕੁਟੀ ਦੀ ਲੋੜ ਹੀ ਨਹੀਂ ਰਹਿੰਦੀ। ਜਾ ਕੇ ਮਾਇਆ ਥੱਲੇ ਰਹਿ ਗਈ, ਉਤਲੀ ਗੱਲ ਚਲੀ ਗਈ। ਉਹ ਡਾਇਰੈਕਟ ਹੈ, ਫਿਰ ਸੰਪਰਕ ਡਾਇਰੈਕਟ ਸੰਪਰਕ ਹੈ। ਡਾਇਰੈਕਟ ਸੰਪਰਕ ਹੈ ਖਾਲਸੇ ਦਾ ਸੰਪਰਕ ਹੈ। ਹੁਣ ਸਾਡਾ ਇਨਡਾਇਰੈਕਟ ਸੰਪਰਕ
ਮਾਇਆ ਦੇ ਥਰੂ ਸੰਪਰਕ, ਝੂਠ ਦੇ ਥਰੂ ਸੱਚ ਤੱਕ ਨਹੀਂ ਪਹੁੰਚਿਆ ਜਾ ਸਕਦਾ। ਸਰੀਰ ਝੂਠਾ, ਮਾਇਆ ਝੂਠੀ ਹੈ। ਸੱਚ ਨਾਲ ਨਹੀਂ ਜੁੜਿਆ ਜਾ ਸਕਦਾ। ਝੂਠ ਦਾ ਆਸਰਾ ਲੈ ਕੇ ਸੱਚ ਨਹੀਂ ਪ੍ਰਚਾਰਿਆ ਜਾ ਸਕਦਾ। ਮਾਇਆ ਦੇ ਆਸਰੇ ਨਾਲ, ਝੂਠ ਦੇ ਆਸਰੇ ਨਾਲ, ਪ੍ਰਪੰਚ ਨਾਲ। ਇਸ ਕਰਕੇ ਪ੍ਰਪੰਚ ਨਹੀਂ ਕੀਤਾ, ਪ੍ਰਪੰਚ ਤੋਂ ਬਚਿਆ ਹੈ। ਇੱਥੇ ਆ ਕੇ ਪ੍ਰਪੰਚ ਤੋਂ ਜੇ ਤਾਂ ਬਚ ਗਿਆ, ਜੇ ਤਾਂ ਸੱਚ ਤੱਕ ਪਹੁੰਚਣਾ ਤਾਂ ਪ੍ਰਪੰਚ ਤੋਂ ਬਚ ਜਾਓ। ਜੇ ਦੇਖ ਲਓ ਮਨ ਵਿੱਚੇ ਅਟ ਗਿਆ ਚੀਜ਼ ਹੈ, ਚੱਲ ਤੇ ਫਿਰ ਪ੍ਰਪੰਚ ਰਚ ਲਓ। ਇੱਥੇ ਆ ਕੇ ਪ੍ਰਪੰਚ ਰਚਣਾ ਹੈ ਜਾਂ ਨਹੀਂ ਰਚਣਾ, ਜੇ ਤਾਂ ਗਾਹਾਂ ਜਾਣਾ, ਸੱਚ ਤੱਕ ਪਹੁੰਚਣਾ, ਫਿਰ ਝੂਠ ਵਾਲੇ ਪ੍ਰਪੰਚ ਦੇ ਉੱਤੇ ਦੀ ਲੰਘ ਜਾਓ। ਫਿਰ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਉੱਤੇ ਦੀ ਲੰਘ। ਨਾ ਆਪਣੀ ਚਿੰਤਾ, ਨਾ ਆਪਣੇ ਪਰਿਵਾਰ ਦੀ ਚਿੰਤਾ, ਨਾ ਜਦ ਆਪਣੀ ਆਪਣੇ ਪਰਿਵਾਰ ਦੀ ਚਿੰਤਾ ਨਹੀਂ, ਦੂਏ ਦੀ ਕਾਹਦੀ ਰਹੇਗੀ। ਜਿਹਨੂੰ ਆਪਣੇ ਆਪਣੇ ਪਰਿਵਾਰ ਦੀ ਚਿੰਤਾ ਨਹੀਂ ਤੇ ਫਿਰ ਦੂਏ ਦੀ ਤਾਂ ਹੈ ਹੀ ਨਹੀਂ। ਫਿਰ ਪਰਿਵਾਰ ਤਾਂ ਸਾਰਾ ਹੀ ਹੈ, ਉਹਦਾ ਤਾਂ ਪਰਿਵਾਰ ਸਾਰਾ ਹੀ ਹੈ। ਸਾਰਿਆਂ ਦੀ ਚਿੰਤਾ ਦਾ ਪਰਮੇਸ਼ਰ ਦਾ ਪਰਿਵਾਰ ਹੈ ਸਾਰਾ, ਉਹਦਾ ਪਰਿਵਾਰ ਕੋਈ ਨਹੀਂ, ਉਹ ਪਰਿਵਾਰ ਦਾ ਇੱਕ ਮੈਂਬਰ ਹੈ। ਹੁਣ ਜਿਹੜਾ ਇੱਕ ਪਰਿਵਾਰ ਦਾ ਮੈਂਬਰ ਹੈ, ਸਾਰੇ ਪਰਿਵਾਰ ਕਿਹਦਾ? ਪਰਮੇਸ਼ਰ ਦਾ। ਉਹਨੂੰ ਉਹਦੀ ਚਿੰਤਾ, ਤੇ ਉਹਦੋਂ ਵੱਡੀਆਂ ਸ਼ਕਤੀਆਂ ਸਾਡੇ ਕੋਲ ਹੈ ਨਹੀਂ। ਇਸ ਕਰਕੇ ਨਾਨਕ ਕਹਿੰਦਾ ਚਿੰਤਾ ਮਤ ਕਰੋ। ਹਾਂ, ਆਪਸ ਵਿੱਚ ਇੱਕ ਦੂਜੇ ਦੀ ਜੋ ਮਦਦ ਹੋ ਸਕਦੀ ਕਰੀ ਜਾਓ, ਉਹ ਗੱਲ ਅਲੱਗ ਹੈ, ਉਹ ਚਿੰਤਾ ਵਾਲੀ ਗੱਲ ਨਹੀਂ ਹੈ। ਇਹ ਤਾਂ ਗਰਮੀ ਸਰਦੀ ਘਾਟੇ ਵਾਧੇ ਦੁੱਖ ਸੁੱਖ ਚੱਲਦਾ ਰਹਿਣਾ। ਅਸੀਂ ਜਿਵੇਂ ਚੱਲ ਦਿੰਦਾ, ਜੇ ਭੁੱਖ ਦੇ ਤਾਂ ਧੀ ਰਾਜਾਂ, ਦੁੱਖ ਵਿੱਚ ਸੁੱਖ ਮਨਾਈ ਵਾਲੀ ਗੱਲ ਕਰਦੇ ਰਹੋ। ਇੱਕ ਨਾ ਦੁੱਖ ਭੁੱਖ ਸਦਮਾਰ, ਸਦਾ ਹੀ ਮਾਰ ਪੈਂਦੀ ਹੈ ਦੁੱਖ। ਇਹ ਵੀ ਦਾਤ, ਉਹਨਾਂ ਨੂੰ ਦਾਤ ਇਹੀ ਹੈ, ਇਹ ਵੀ ਦਾਤ ਹੈ, ਦਾਤ ਤੇਰੀ ਦਾਤਾਰ। ਇਹ ਗੱਲ ਗੁਰਮਤਿ ਤੇ ਬਿਨਾਂ ਹੋਰ ਕੋਈ ਨਹੀਂ ਕਹਿੰਦਾ। ਇਸ ਕਰਕੇ ਗੁਰਮਤਿ ਵੱਲ ਲੋਕ ਸੁਣ ਕੇ ਫਿਰ ਉੱਠ ਕੇ ਚਲੇ ਜਾਂਦੇ ਨੇ, ਕਹਿੰਦੇ ਨੇ ਵੀ ਇਹ ਨਹੀਂ ਫਿੱਟ ਆਪਾਂ ਨੂੰ, ਕਿ ਮਨ ਦੇ ਸੁਭਾਅ ਦੇ ਅਨੁਕੂਲ ਨਹੀਂ ਸਾਰੀ ਗੱਲ ਗੁਰਮਤਿ ਦੀ। ਲੋਕ ਫਿਰ ਨਹੀਂ ਮੰਨਦੇ। ਇਸ ਕਰਕੇ ਜੇ ਮਾਰਗ ਪੰਡਤ ਗਏ, ਪਾਛੇ ਬੜੀ ਬਹੀਰ। ਪੰਡਤ ਵਾਲਾ ਜਿਹੜਾ ਲੋਭ ਦਾ ਰਸਤਾ, ਉੱਥੇ ਸਾਰੇ ਜਾਂਦੇ ਨੇ, ਲੋਭੀ ਹੈ ਨਾ ਮਨ। ਹਾਂਜੀ, ਹੁਣ ਜਦੋਂ ਗੱਲ ਵੱਖਰੀ ਕਰਦਾ ਹੈ, ਫਿਰ ਉਹ ਚੈਲੰਜ ਮੰਨਦੇ ਨੇ। ਜਿਨ੍ਹਾਂ ਦਾ ਸਿੱਕਾ ਚੱਲਦਾ ਹੁੰਦਾ, ਜਿਹੜੇ ਪ੍ਰਚਾਰ ਕਰਦੇ ਨੇ, ਉਹ ਫਿਰ ਗਿਆਨ ਚਰਚਾ ਦੀ ਗੱਲ ਸ਼ੁਰੂ ਹੋ ਜਾਂਦੀ ਹੈ ਉੱਥੇ। ਉਹ ਫਿਰ ਬੋਲਦੇ ਨੇ ਕਿਵੇਂ ਹੋ ਜੂ, ਉਹ ਕਿਵੇਂ ਹੋ ਜੂ, ਉੱਥੇ ਚਰਚਾ ਸ਼ੁਰੂ ਹੋ ਜਾਂਦੀ ਹੈ। ਉੱਧਰ ਤਾਂ ਉਹਦੇ ਕੰਨੀ ਰੋਜ਼ ਬੂੰਦ ਬਾਂਦ ਰੋਜ਼ ਹੁੰਦੀ ਜਾਂਦੀ ਹੈ, ਰੋਜ਼ ਉਹਨੂੰ ਉਹਦਾ ਤਾਂ ਗਿਆਨ ਰੋਜ਼ ਵੱਧਦਾ। ਉਹਨਾਂ ਦਾ ਛੱਪੜ ਦਾ ਪਾਣੀ ਖੜਾ ਹੁੰਦਾ। ਗੁਰਮੁਖ ਦਾ ਗਿਆਨ ਤਾਂ ਰੋਜ਼ ਵੱਧਦਾ, ਉਹਨੂੰ ਤਾਂ ਰੋਜ਼ ਨਵਾਂ ਬੂੰਦ ਗਿਰੀ ਜਾਂਦੀ ਹੈ। ਉਹਨਾਂ ਦਾ ਛੱਪੜ ਦਾ ਪਾਣੀ ਖੜਾ ਹੁੰਦਾ। ਜੇ ਉਸੇ ਰਸਤੇ ਚੱਲਦਾ ਰਹੇ, ਇੱਕ ਗੱਲ ਕੀਤੀ ਉਹ ਦੋ ਹੋਰ ਕਰ ਦਿੰਦਾ ਨਵੀਆਂ, ਉਹਦਾ ਜਵਾਬ ਨਹੀਂ ਹੁੰਦਾ, ਚਾਰ ਹੋਰ ਕਰ ਦਿੰਦਾ ਨਵੀਆਂ। ਉਹਨੂੰ ਤਾਂ ਉੱਤੋਂ ਆਉਂਦੀ ਹੈ ਨਾ, ਉਹ ਤਾਂ ਉੱਤੋਂ ਆਉਂਦੀ ਹੈ, ਉਹਨੂੰ ਤਾਂ ਫਰਮਾਨ ਹੁੰਦਾ ਮੈਂ ਕਿਹਨੂੰ ਤਾਂ। ਉਹ ਜਵਾਬ ਨਹੀਂ ਆਉਂਦਾ, 6 ਹੋਰ ਕਰ ਦਿੰਦਾ ਨਵੀਆਂ। ਉਹ ਕਰੀ ਜਾਂਦਾ ਰੋਜ਼ ਨਵੀਆਂ। ਉਹ ਛੱਪੜਾ ਫਿਰ ਹੜ ਆਉਂਦਾ ਜਾਂ ਵਿੱਚੇ ਹੀ ਰੁੜ ਜਾਂਦਾ ਪਾਣੀ। ਛੱਪੜ ਦੀਂਦੇ ਹੀ ਨਹੀਂ। ਹੜ ਆਉਂਦਾ, ਛੱਪੜ ਟੋਭੇ ਟੱਲੇ ਸਾਰੇ ਦੀਂਦਾ ਕੁਝ, ਸਭ ਇੱਕ ਹੀ ਹੋ ਜਾਂਦਾ। ਉਹਨਾਂ ਦਾ ਵਜੂਦ ਹੀ ਖਤਮ ਹੋ ਜਾਂਦਾ। ਇਹੋ ਜਿਹੀਆਂ ਸੰਸਥਾਵਾਂ ਦਾ ਵਜੂਦ ਨਹੀਂ ਫਿਰ ਰਹਿੰਦਾ। ਇਹ ਵਜੂਦ ਬਚਾਉਣ ਦਾ ਖਤਰਾ ਹੀ ਹੁੰਦਾ, ਤਾਂ ਇਹ ਲੋਕ ਵਿਰੋਧ ਕਰਦੇ ਨੇ ਸੱਚ ਦਾ। ਉਹਨਾਂ ਨੂੰ ਪਤਾ ਵੀ ਜੇ ਸੱਚ ਤੁਰ ਪਿਆ, ਹੜ ਆ ਗਿਆ, ਸਾਡਾ ਤਾਂ ਵਜੂਦ ਨਹੀਂ ਰਹਿਣਾ। ਵਜੂਦ ਦਾ ਲੜਾਈ ਲੜਦੇ ਨੇ ਉਹ। ਝੂਠ ਆਪਣੇ ਵਜੂਦ ਦੀ ਲੜਾਈ ਲੜਦਾ। ਝੂਠ ਵਜੂਦ ਬਣਦਾ, ਸੱਚ ਦਾ ਤਾਂ ਵਜੂਦ ਹੈ ਹੀ ਨਹੀਂ। ਇਹ ਸਾਰਾ ਹੀ ਹੈ। ਸੱਚ ਦਾ ਵਜੂਦ ਨੂੰ ਤਾਂ ਕੋਈ ਖਤਰਾ ਹੀ ਨਹੀਂ। ਝੂਠ ਦੇ ਵਜੂਦ ਨੂੰ ਖਤਰਾ ਹੈ, ਸੱਚ ਦੇ ਵਜੂਦ ਨੂੰ ਖਤਰਾ ਹੀ ਕੋਈ ਨਹੀਂ। ਭੈ ਕੋਈ ਨਹੀਂ। ਜਿਹਦੇ ਵਜੂਦ ਨੂੰ ਖਤਰਾ ਨਹੀਂ, ਉਹਨੂੰ ਭੈ ਕਾਹਦੀ ਹੈ? ਸੱਚ ਨਿਰਭੈ ਤਾਂ ਹੈ, ਉਹਦੇ ਵਜੂਦ ਨੂੰ ਖਤਰਾ ਕੋਈ ਨਹੀਂ। ਹਾਂਜੀ, ਸ਼ਸਤਰ ਸਾਜ ਦਾਨਵ ਰਣ ਆਵਾ। ਉਹ ਵੀ ਆ ਗਏ ਆਪਣੇ ਸ਼ਸਤਰ ਸਾਜ ਕੇ।
ਚਰਚਾ ਨੂੰ। ਉਹਨਾਂ ਕੋਲ ਕਹਿਣ ਨੂੰ ਬਹੁਤ ਕੁਛ ਸੀ। ਦੇਵਤੇ ਜੋ ਉਹਨਾਂ ਨੇ, ਕਿਉਂਕਿ ਗੱਲ ਤਾਂ ਦੇਵਤਿਆਂ ਵਾਲੀ ਉਹ ਸ਼ੁਰੂ ਕੀਤੀ ਹੈ, ਉਦੋਂ ਤਾਂ ਦੇਵਤਿਆਂ ਦੇ ਨੇੜੇ ਤੇੜੇ ਦੀ ਉਹ ਗੱਲ ਹੁੰਦੀ ਹੈ, ਦੇਵਤਿਆਂ ਦੇ ਮਤਲਬ ਦੀ ਹੁੰਦੀ। ਦੇਵਤੇ ਤਾਂ ਚੁੱਪ ਕਰਦੇ ਨਾ, ਪੱਖ ਦੇਵਤੇ ਵਾਲਾ ਹੁੰਦਾ ਨਾ। ਦਾਨਵ ਰਣਾਵਾ ਹੈ ਹੁਣ, ਸ਼ਸਤਰ ਸਾਹਿਬ ਦੇਵਤਿਆਂ ਦੇ ਵਿਰੋਧੀ ਚਰਚਾ ਸ਼ੁਰੂ ਕਰਤੇ। ਜਿਹੜੇ ਸੱਚ ਨਾਲ ਅਲਝਦੇ ਨੇ ਉਹ ਦੇਵਤਿਆਂ ਦੇ ਵਿਰੋਧੀ ਹੁੰਦੇ ਨੇ। ਜੇ ਮਿਸ਼ਨਰੀ ਆਪਣੇ ਨਾਲ ਅਲਝਦੇ ਨੇ, ਇਹ ਸਿੱਖੀ ਵਿਰੋਧੀ ਨੇ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ। ਗੁਰੂ ਦਾ ਦੇਵਤੇ ਕੀਤੇ ਤੇ ਦੇਵਤੇ ਹਨ ਨਹੀਂ, ਜੇ ਹੁੰਦੇ ਤਾਂ ਅਲਝਦੇ ਹੀ ਨਾ। ਇਹ ਨਹੀਂ ਅਲਝਦੇ ਹੁੰਦੇ, ਦੇਵਤੇ ਨਹੀਂ ਅਲਝਦੇ ਹੁੰਦੇ। ਦੇਵਤੇ ਦੇ ਵਿੱਚ ਸੁਧਾ, ਦੇਵਤਿਆਂ ਨੂੰ ਤਾਂ ਪਤਾ ਲੱਗਦਾ ਹੁੰਦਾ ਗੱਲ ਦਾ, ਨਵੀਂ ਦਾ। ਹੁਣ ਗੁਰੂ ਅਮਰਦਾਸ ਤਾਂ ਅਲਝਿਆ ਨਹੀਂ, ਗੁਰੂ ਅੰਗਦ ਨਾਲ ਅਲਝਿਆ ਨਹੀਂ। ਹਾਲਾਂਕਿ ਉਧਰ ਅਲਝਿਆ ਉਹਨਾਂ ਨਾਲ। ਕਬੀਰ ਜਿੱਥੇ ਅਲਝਿਆ ਪਹਿਲੀ ਲਿਖਤ ਵਿੱਚ, ਦੂਜੇ ਨਾਲ ਅਲਝਿਆ ਨਾ। ਜੇ ਫਰੀਦ ਅਲਝਿਆ, ਜਿਨ੍ਹਾਂ ਨੇ ਮਸਜਿਦ ਬਣਾਈ ਸੀ ਉਹਨਾਂ ਨਾਲ ਅਲਝਿਆ ਨਾ। ਕੰਕਰ ਪੱਥਰ ਜੋੜ ਕੇ ਮਸਜਿਦ ਲਈ ਬਣਾਏ। ਤੇ ਜਦੋਂ ਗੁਰੂ ਘਰ ਨਾਲ ਆਇਆ ਉੱਥੇ ਤਾਂ ਅਲਝਿਆ ਨਹੀਂ, ਕਿਉਂਕਿ ਉਹਦੇ ਮਤਲਬ ਦੀ ਗੱਲ ਸੀ। ਫਕੀਰ ਦੇ ਮਤਲਬ ਦੀ ਗੱਲ ਸੀ। ਉਹ ਤਾਂ ਗੱਲ ਉਹ ਚਾਹੁੰਦਾ ਹੀ ਸੀ, ਉਹਦੀ ਤਾਂ ਖੋਜਿਆ ਕਰਦਾ ਸੀ, ਉਹਨੂੰ ਮਿਲ ਗਈ। ਦੇਵਤਾ ਨਹੀਂ ਅਲਝਦਾ ਹੁੰਦਾ ਇਹਦੇ ਨਾਲ। ਦੇਵ ਅੰਦਰ ਹੈ ਨਾ, ਅੰਤਰਾਤਮਾ ਦੀ ਆਵਾਜ਼ ਤੇ ਚੱਲਣ ਵਾਲਾ ਨਹੀਂ ਅਲਝਦਾ। ਉਹ ਅੰਤਰਾਤਮਾ ਦੀ ਆਵਾਜ਼ ਦੀ ਉਹ ਡਿਵੈਲਪਮੈਂਟ ਹੋ ਰਹੀ ਹੈ ਅੱਗੇ। ਗੁਰਬਾਣੀ ਉਸ ਨੂੰ ਡਿਵੈਲਪ ਕਰ ਰਹੀ ਹੈ ਅੱਗੇ, ਉਹੀ ਬੋਲੀ ਬੋਲ ਰਹੀ ਹੈ ਅੱਗੇ। ਉਹ ਕਹਿੰਦੇ ਅਲਝੂ ਵਿਰੋਧੀ। ਜਿਹੜੇ ਖਿਲਾਫ ਅੰਦਰੋਂ ਖੜੇ ਨੇ, ਚਾਹੇ ਚੁੱਪ ਕੀਤੇ ਨੇ, ਉਹ ਆਪਣੇ ਆਪ ਨੂੰ ਸਿੱਖ ਨਾ ਮੰਨਣ, ਗਲਤੀ ਕਰਨ, ਸਿੱਖ ਮੰਨਣ ਦਾ ਭਰਮ ਨਾ ਪਾੜ ਲੈਣ। ਉਹ ਮਨਮੁਖ ਨੇ। ਮਨਮੁਖ ਜਿਹੜਾ ਹੁੰਦਾ ਉਹ ਦੇਵਤਾ ਨਹੀਂ ਹੁੰਦਾ, ਉਹ ਰਾਖਸ਼ ਹੁੰਦਾ। ਦੇਵਤਾ ਹੁੰਦਾ ਜਿਹਦੇ ਚਿੱਤ ਕੀ ਇੱਛਾ ਪ੍ਰਧਾਨ ਹੋਵੇ, ਜਿਹਦੇ ਵਿੱਚ ਚਿੱਤ ਕੀ ਇੱਛਾ ਪੂਰਨ ਕਰਨ ਵਾਲਾ ਦੇਵਤਾ। ਮਨ ਕੀ ਇੱਛਾ, ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਰਾਖਸ਼ ਹੈ। ਪੂਰਨ ਹੋਏ ਚਿੱਤ ਕੀ ਇੱਛਾ ਵਾਲੇ ਦੇਵਤੇ ਨੇ। ਪੜ੍ਹਦੇ ਦਾ ਇਹ ਨੇ, ਖਬਰੀ ਕਰੋ ਹਾਥ ਦੇ ਰੱਛਾ। ਪੂਰਨ ਹੋਏ ਚਿੱਤ ਕੀ ਇੱਛਾ, ਤੇ ਅਰਦਾਸ ਕਰਦੇ ਨੇ ਮਨ ਦੀਆਂ ਇੱਛਾਵਾਂ ਦੀ। ਹੁਣ ਇਹ ਤਾਂ ਉਹਨੂੰ ਨਹੀਂ ਸਮਝ, ਮਨ ਦੀ ਇੱਛਾ, ਚਿੱਤ ਕੀ ਇੱਛਾ ਕੀ ਹੁੰਦੀ ਹੈ, ਇਹ ਤਾਂ ਪਤਾ ਨਹੀਂ ਇਸ ਗੱਲ ਦਾ। ਜਾਂ ਫਿਰ ਉਹਨਾਂ ਨੂੰ ਪਤਾ ਵੀ ਜੇ ਚਿੱਤ ਕੀ ਇੱਛਾ, ਮਨ ਕੀ ਇੱਛਾ ਡਿਫਾਈਨ ਕਰਤੀ ਅੱਡ ਅੱਡ, ਗੁਰਦੁਆਰੇ ਤੱਕ ਕਿਸੇ ਨੇ ਆਉਣਾ ਹੀ ਨਹੀਂ। ਇਹ ਤਾਂ ਪਹਿਲੇ ਵਾਲਾ ਹਾਲ ਹੋ ਜੂ। ਜਿੰਨੇ ਗੁਰੂ ਅਮਰਦਾਸ ਕੋਲ ਹੁੰਦਾ ਸੀ ਵੀ 15 ਆਦਮੀ ਇੰਨੇ ਰਹਿ ਜਾਣਗੇ, ਉਦੋਂ ਜ਼ਿਆਦਾ ਨਹੀਂ ਰਹਿਣੇ। ਸ਼ਾਇਦ ਉਹਨੇ ਬਣਾ ਰਹਿਣ, ਉਹ ਤਾਂ ਆਪ ਗੁਰੂ ਸੀ ਤਾਂ ਇੰਨੇ ਆਦਮੀ ਸੀ। ਇੱਥੇ ਤਾਂ ਹੈ ਹੀ ਕੋਈ ਨਹੀਂ। ਪਹਿਲਾਂ ਤਾਂ ਇਹੀ ਨਹੀਂ ਰਹਿਣੇ ਆਪੇ ਉੱਥੇ। ਇਹ ਤਾਂ ਮਾਇਆ ਕਰਕੇ ਬੈਠੇ ਨੇ। ਇਹ ਤਾਂ ਗੁੜ ਕਰਕੇ ਮੱਖੀਆਂ ਨੇ। ਜੇ ਗੁੜ ਚੱਕ ਲਈਏ ਮੱਖੀਆਂ ਤਾਂ ਗੁੜ ਮਗਰ ਜਾਂਦੀਆਂ ਨੇ। ਜਿੱਥੇ ਮਾਇਆ ਜਾਊ ਉੱਥੇ ਜਾਣਗੇ। ਹਾਂਜੀ। ਮਿੱਤ ਕੋਪ ਕਰ ਸੰਖ ਬਜਾਵਾ। ਅਮਿਤ ਦਾਨਵ ਚੜ, ਸ਼ਸਤਰ ਸਾੜ ਦਾਨਵ ਰਣ ਆਵਾ। ਅਮਿਤ ਕੋਪ ਕਰ ਸੰਖ ਬਜਾਵਾ। ਅਮਿਤ ਕੋਪ ਕਰ, ਬੇਅੰਤ ਕੋਪ ਕੀਤਾ। ਅਮਿਤ ਹੁੰਦਾ ਬੇਅੰਤ ਕੋਪ, ਬਹੁਤ ਜ਼ਿਆਦਾ ਗੁੱਸੇ ਚ ਆ ਕੇ। ਕਿਉਂਕਿ ਅੱਗੇ ਲੜਾਈ ਬਰਾਬਰ ਰਹੀ ਹੋਈ ਸੀ ਨਾ ਲੜਾਈ। ਉਹ ਸਮਝਦੇ ਸੀ ਅਸੀਂ ਦੇਵਤੇ ਜਿੱਤ ਲਏ। ਅਸਲ 'ਚ ਦੇਵਤੇ ਹੀ ਹਾਰ ਮੰਨੀ ਸੀ। ਜਿਹੜੇ ਮੰਨਦੇ ਨੇ ਧਰਮ ਨੂੰ ਔਰ ਸਾਬਤ ਨਹੀਂ ਕਰ ਸਕਦੇ, ਝੂਠੇ ਉਹ ਹੁੰਦੇ ਨੇ। ਲੜਾਈ ਰਾਖਸ਼ਾਂ ਦੇ ਦੇਵਤਿਆਂ ਦੇ ਵਿੱਚ ਹਾਰ ਦੇਵਤਿਆਂ ਦੀ ਹੁੰਦੀ ਹੈ। ਉਹ ਸਾਬਤ ਨਹੀਂ ਕਰ ਸਕਦੇ, ਜੋ ਕਹਿੰਦੇ ਨੇ ਉਹ ਸਾਬਤ ਨਹੀਂ ਕਰ ਸਕਦੇ। ਉਹ ਤਾਂ ਮੰਨਦੇ ਨਹੀਂ, ਉਹ ਤਾਂ ਕਹਿੰਦੇ ਨੇ ਹੈ ਹੀ ਨਹੀਂ। ਉਹਨਾਂ ਨੂੰ ਸਾਬਤ ਕਰਨ ਦੀ ਲੋੜ ਨਹੀਂ ਹੈ। ਉਹ ਕਹਿੰਦੇ ਤੁਸੀਂ ਕਹਿੰਦੇ ਹੋ ਹੈ ਤਾਂ ਸਾਬਤ ਕਰੋ। ਤੁਸੀਂ ਕਹਿੰਦੇ ਹੋ ਹੈਗਾ, ਅਸੀਂ ਤਾਂ ਕਹਿੰਦੇ ਹੈ ਉਹ ਨਹੀਂ। ਜਿਹੜੀ ਚੀਜ਼ ਹੈ ਨਹੀਂ ਉਹਨੂੰ ਸਾਬਤ ਕੀ ਕਰੀਏ।
ਜਿਹੜੀ ਚੀਜ਼ ਹੈ ਨਹੀਂ ਉਹਨੂੰ ਸਾਬਤ ਕੀ ਕਰੀਏ? ਤੁਸੀਂ ਸਾਬਤ ਕਰੋ ਵੀ ਹੈਗਾ। ਤੁਸੀਂ ਆਪਣੇ ਜਿਹੜੇ ਗ੍ਰੰਥ ਨੇ ਇਹਨਾਂ 'ਚੋਂ ਸਾਬਤ ਕਰੋ। ਕਿਵੇਂ? ਗ੍ਰੰਥਾਂ ਦੇ ਵਿੱਚ ਤਾਂ ਉਹਨਾਂ ਦੇ ਹੁੰਦਾ ਹੀ ਨਹੀਂ ਸਾਬਤ ਕੀਤਾ। ਗ੍ਰੰਥ ਆਹੀ ਹੁੰਦੇ ਨੇ ਭਾਈ ਗੁਰਦਾਸ ਦੀਆਂ 12 ਉਹ ਆਹ ਜਿਹੜੇ ਇਤਿਹਾਸ ਨੇ ਇਹ ਪੜ੍ਹਦੇ ਨੇ। ਗੁਰਬਾਣੀ ਦੀ ਸੋਚ, ਗੁਰਬਾਣੀ ਦਾ ਉਹ ਹੈ ਜੋ ਟੀਕੇ ਨੇ। ਨਾ ਟੀਕੇ ਜੋ ਸਾਬਤ ਹੁੰਦਾ, ਨਾ ਇਤਿਹਾਸ ਜੋ ਸਾਬਤ ਹੁੰਦਾ। ਸਾਬਤ ਤਾਂ ਹੁੰਦਾ ਹੀ ਨਹੀਂ ਕਿਤੋਂ ਕੁਛ। ਇਸੇ ਕਰਕੇ ਦਸਮ ਗ੍ਰੰਥ ਦੀ ਚਰਚਾ, ਰਾਤ ਦੀ ਚਰਚਾ, ਇਹ ਆਖਰ ਚੁੱਪ ਕਰਕੇ ਖਿਲਾਫ ਵਾਲੇ ਬੋਲਦੇ ਰਹੇ, ਰਾਖਸ਼ ਬੋਲਦੇ ਰਹੇ ਦਸਮ ਦੇ ਖਿਲਾਫ, ਦੇਵਤੇ ਚੁੱਪ ਕਰ ਗਏ। ਜੇ ਬੋਲਦੇ ਸੀ ਤਾਂ ਉਹ ਉਹਨਾਂ ਨੂੰ ਚੁੱਪ ਨਹੀਂ ਸੀ ਕਰਾ ਸਕਦੇ। ਉਹੀ ਬੋਲੀ ਜਾਂਦੇ ਸਾਡੇ ਗੁਰੂ ਦੀ ਬਾਣੀ ਹੈ, ਸਾਡੇ ਗੁਰੂ ਦੀ ਬਾਣੀ ਹੈ। ਉਹ ਅਲਪਟਲੀਆਂ ਗੱਲਾਂ ਕਰਦੇ ਸੀ ਕਿਉਂਕਿ ਅਰਥਬੋਧ ਨਹੀਂ ਰਿਹਾ ਸੀ, ਭਾਸ਼ਾ ਬੋਧ ਨਹੀਂ ਰਿਹਾ ਸੀ, ਸ਼ਬਦ ਭੇਦ ਨਹੀਂ ਸੀ ਜਾਣਦੇ, ਗੁਰਬਾਣੀ ਨੂੰ ਗੌਰ ਨਾਲ ਨਹੀਂ ਸੀ ਪੜ੍ਹਿਆ। ਮਾਇਆ ਤੇ ਧਿਆਨ ਸੀ, ਗੁਰਬਾਣੀ 'ਚ ਤਾਂ ਧਿਆਨ ਹੀ ਨਹੀਂ ਸੀ। ਫਿਰ ਜੀਵਨ ਗੁਰਬਾਣੀ ਵਾਲਾ ਹੈ ਨਹੀਂ ਸੀ। ਉੱਪਰੋਂ ਦੇਵਤੇ, ਅੰਦਰੋਂ ਬਹੁਤ ਜ਼ਿਆਦਾ ਪੋਲੇ ਹੁੰਦੇ ਨੇ, ਅੰਦਰੋਂ ਮਾਇਆ ਧਾਰੀ ਹੁੰਦੇ ਨੇ, ਉੱਤੋਂ ਐਵੇਂ ਕਹਿੰਦੇ ਹੁੰਦੇ ਨੇ ਅਸੀਂ ਧਾਰਮਿਕ। ਔਗਣ ਦੇਵਤਿਆਂ 'ਚ ਵੀ ਰਾਖਸ਼ਾਂ ਨੂੰ ਜ਼ਿਆਦਾ ਹੀ ਹੁੰਦੇ ਨੇ ਬਹੁਤੀ ਵਾਰ। ਇੰਦਰ ਨੂੰ ਪੜ੍ਹ ਕੇ ਦੇਖੋ, ਇੰਦਰ ਦੇ ਔਗਣ ਬਹੁਤ ਜ਼ਿਆਦਾ ਨੇ। ਇੰਦਰ ਰਾਜਾ ਦਾ, ਦੇਵਤਿਆਂ ਦਾ ਬਹੁਤ ਔਗਣ ਨੇ ਉਹ 'ਚ। ਤੇ ਪੜ੍ਹੀਏ ਤਾਂ ਔਗਣਾਂ ਦਾ ਭਰਿਆ ਹੋਇਆ। ਸ਼ਰਾਬ ਪੀਂਦਾ ਇੰਦਰ, ਮਾਂਸਾਹਾਰੀ ਹੈ, ਉਹਦੇ ਦਰਬਾਰ ਜੂਏ ਖੇਡੇ ਜਾਂਦੇ ਨੇ। ਜੂਏ ਖੇਡਣ ਵਾਲੇ ਧਰਮਰਾਜ ਨੇ। ਤੇ ਉਹ ਹੁਣ ਰਾਖਸ਼ ਕਹਿੰਦੇ ਵੀ ਆਹ ਧਰਮ ਹੈ, ਇਹੋ ਜਿਹੇ ਲੋਕ ਧਾਰਮਿਕ ਨੇ। ਇਹਨਾਂ ਦਾ ਕਰੈਕਟਰ ਦੇਖੋ ਕਿਹੋ ਜਿਹਾ। ਇਸ ਕਰਕੇ ਇਹੋ ਜਿਹਾ ਕਰੈਕਟਰ ਡਿਕਲੇਅਰ ਕਰ ਦਿੰਦੇ ਨੇ, ਐਸਾ ਕਹਾਣੀਆਂ ਬਣਾ ਦਿੰਦੇ ਨੇ। ਅਸਲ ਕਹਾਣੀਆਂ ਕਿ ਹੁਣ ਆਪਣੀ ਕਰੈਕਟਰ ਨੂੰ ਛੁਪਾਉਣ ਵਾਸਤੇ ਆਪ ਉਹ ਜਿਹੇ ਹੁੰਦੇ ਨੇ ਨਾ। ਉਹ ਦੇਵੀ ਦੇਵਤਿਆਂ ਬੜਿਆਂ ਨਾਲ ਉਹ ਜਿਹੀ ਕਹਾਣੀਆਂ ਜੋੜ ਦਿੰਦੇ ਨੇ ਆਪਣੀ ਕਮਜ਼ੋਰੀ ਨੂੰ ਛੁਪਾਉਣ ਵਾਸਤੇ। ਕ੍ਰਿਸ਼ਨ ਨਾਲ ਜੋੜਤਾ ਬਹੁਤ ਕੁਛ ਆਪਣਾ ਛੁਪਾਉਣ ਵਾਸਤੇ। ਫਿਰ ਤਾਂ ਕ੍ਰਿਸ਼ਨ ਪੂਜਣ ਦੇ ਯੋਗ ਨਹੀਂ ਹੈ ਜੇ ਸਾਰੀਆਂ ਗੱਲਾਂ ਉਹਦੀਆਂ ਸਹੀ ਨੇ ਜੋ ਲਿਖੀਆਂ ਨੇ। ਤੁਸੀਂ ਜੇ ਸੱਚ ਮੰਨ ਲਈਏ ਫਿਰ ਤਾਂ ਸਮਾਜ ਵਿੱਚ ਉਹਦੀ ਇੱਜ਼ਤ ਨਹੀਂ ਹੋਣੀ ਚਾਹੀਦੀ। ਇੱਥੋਂ ਮਾਰ ਖਾਂਦੇ ਨੇ, ਫਿਰ ਹਾਰਦੇ ਨੇ। ਇਸ ਕਰਕੇ ਪੰਡਤ ਦੀ ਇੱਜ਼ਤ ਨਹੀਂ ਹੈ ਦੁਨੀਆ 'ਚ, ਕੋਈ ਨਹੀਂ ਪੁੱਛਦਾ। ਸਿਮਰਤ ਸ਼ਾਸਤਰਾਂ ਨੂੰ ਝੂਠੇ ਕਹਿਣਾ ਪਿਆ। ਨਾਮ ਬਿਨਾਂ ਸਭ ਇਹਦਾ ਮਤਲਬ ਕੂੜ ਲਿਖਿਆ ਹੋਇਆ, ਉਹਨਾਂ ਨੇ ਝੂਠ ਲਿਖਿਆ ਹੋਇਆ ਨਾ, ਝੂਠੀਆਂ ਕਹਾਣੀਆਂ ਬਣਾਈਆਂ ਹੋਈਆਂ ਨੇ। ਇਹ ਗੱਲ ਹਾਂਜੀ। ਕੰਪੀ ਭੂਮ ਗਗਨ ਕਹਿਰਾਨਾ, ਜਿਹੜੀਆਂ ਨਵੀਆਂ ਗੱਲਾਂ ਆਈਆਂ, ਜਿਵੇਂ ਅਸੀਂ ਹੁਣ ਕਹਿ ਦਈਏ ਵੀ ਸਿੱਖ ਕੋਈ ਹੈ ਹੀ ਨਹੀਂ। ਗੁਰ ਕਹਿਆ ਸਾ ਕਾਰ ਕਮਾਵੋ ਹੈ। ਦੱਸੋ ਕਿਹੜਾ ਤੁਹਾਡੇ ਸਿੱਖ? ਇੱਕ ਸਿੱਖ ਬਾਂਹ ਖੜੀ ਕਰੇ ਜਿਹੜਾ ਕਹਿੰਦਾ ਗੁਰ ਕਹਿਆ ਸਾ ਕਾਰ ਕਮਾਵੋ ਦੇ ਮੈਂ ਮਗਰ ਚੱਲਦਾ। ਗੁਰ ਕੀ ਕਰਨੀ ਕਾਹੇ ਤਾਂ ਉਹਦੀ ਗੱਲ ਕਰਦੇ ਨੇ। ਉਹ ਗੁਰ ਕੀ ਕਰਨੀ, ਉਹ ਤਾਂ ਜਦੋਂ ਤੁਸੀਂ ਸਾਈਕਲ ਚਲਾਉਣਾ ਸਿੱਖਣਾ, ਉਦੋਂ ਤੁਸੀਂ ਇੱਕ ਹੱਥ ਨਾਲ ਮੋਬਾਈਲ ਫੜ ਕੇ ਮੋਬਾਈਲ ਵੀ ਸੁਣੀ ਜਾਓਗੇ, ਸਾਈਕਲ ਸਿੱਖ ਜਾਓਗੇ। ਪਹਿਲਾਂ ਸਾਈਕਲ ਸਿੱਖ ਲਓ, ਫਿਰ ਮੋਬਾਈਲ ਵੀ ਸੁਣ ਲਓਗੇ, ਫਿਰ ਦੋਏ ਕੰਮ ਕਰ ਲਓਗੇ। ਉਹ ਗੁਰੂਆਂ ਦੀ ਰੀਸ ਕਰਦੇ। ਉਹ ਤਾਂ ਸਾਈਕਲ, ਉਹਦਾ ਦੋਏ ਹੱਥ ਛੱਡ ਕੇ ਵੀ ਚਲਾ ਲੈਂਦੇ ਸਾਈਕਲ। ਇੱਕ ਆਦਮੀ ਦੋਏ ਹੱਥ ਛੱਡ ਕੇ ਚਲਾ ਲੈਂਦਾ ਸਾਈਕਲ। ਇੱਕ ਜੋ ਸਿੱਖ ਰਿਹਾ ਦੋਏ ਹੱਥ ਪਾ ਕੇ ਨਹੀਂ ਚਲਾ ਸਕਦਾ। ਤੁਸੀਂ ਉਹਦੀ ਰੀਸ ਕਿਵੇਂ ਕਰੋਗੇ? ਤੁਸੀਂ ਗੁਰੂ ਦੀ ਰੀਸ ਕਿਵੇਂ ਕਰਦੇ ਹੋ? ਉਹ ਗੁਰੂ ਨੇ ਕੀ ਕੀਤਾ? ਹਸਪੀਟਲ ਬਣਾਇਆ, ਨਾ ਬਣਾਇਆ, ਤੁਸੀਂ ਉਹਦੀ ਰੀਸ ਕਰਨੀ ਹੈ। ਕਿੱਥੇ ਕਿਹਾ ਗੁਰ ਕੀ ਕਰਨੀ ਕਾਹੇ ਧਾਵੋ ਕਿਹਾ? ਉਹ ਰੀਸ ਉਹਦੀ ਕਰਦੇ ਹੋ। ਸਾਈਕਲ ਚਲਾਉਣਾ ਜੇ ਸਿੱਖੇ ਨਹੀਂ, ਉਹ ਜੇ ਬਣਦਾ ਜਾਓ ਫਿਰ ਕਰ ਲਿਓ। ਅੰਦਰੋਂ ਕੀ ਹੈ? ਅੰਦਰ ਦਾ ਮਾਇਆ ਪਰਪੰਚੀ ਨੇ ਅਸਲ 'ਚ ਜਸਟੀਫਾਈ ਕਰਨਾ ਚਾਹੁੰਦੇ ਨੇ ਗੁਰੂ ਦੀ ਗੱਲ ਨੂੰ ਲੈ ਕੇ। ਤੁਸੀਂ ਉਹ ਜਿਹੇ ਬਣ ਗਏ, ਹੁਣ ਡੁੱਬ ਜਾਓਗੇ ਮਾਇਆ ਦੇ ਵਿੱਚ। ਤਾਰੂ ਆਦਮੀ ਵੜਦਾ ਜਾਂ ਕੋਈ ਡੁੱਬਦਾ ਹੁੰਦਾ, ਛਾਲ ਮਾਰਦਾ,
ਉਹਨੂੰ ਕੱਢਣ ਵਾਸਤੇ। ਉਹ ਤਾਂ ਤਾਰੂ ਸੀਗੇ, ਉਹਦਾ ਤਰਨਾ ਨਹੀਂ ਜਾਣਦਾ, ਉਹ ਛਾਲ ਮਾਰ ਦੂਗਾ। ਉਹ ਡੁੱਬਿਆ ਹੈ ਇਹਨੂੰ ਕੱਢਣ ਵਾਸਤੇ ਤਾਰੂ ਕੱਢਦਾ ਉਹਨਾਂ ਨੂੰ ਕਿ ਤੁਸੀਂ ਕੱਢ ਲਓਗੇ, ਤੁਸੀਂ ਆਪ ਡੁੱਬ ਜਾਓਗੇ। ਇਸ ਕਰਕੇ ਕਿਹਾ ਕਬੀਰ ਨੇ, ਸਾਧੂ ਕੋ ਜੋ ਮਿਲਣੇ ਜਾ ਹੈ, ਮਿਲਣੇ ਜਾਈਏ ਸੰਗ ਨਾਲ, ਦੂਜੇ ਨੂੰ ਕੱਢਣ ਦੀ ਕੋਸ਼ਿਸ਼ ਨਾ ਕਰੋ, ਸੰਗ ਨਾ ਲੀਜੇ ਕੋਏ। ਇਹਨਾਂ ਨੂੰ ਕੀ ਪਤਾ ਗੱਲ ਕੀ ਹੈ? ਉਹ ਗੱਲ ਤੇ ਤਾਂ ਧਿਆਨ ਹੈ, ਪਰਪੰਚ ਤੇ ਗੁਰ ਕਹਿਆ ਸੋ ਕਾਰ ਕਮਾਵੋ ਤੇ ਧਿਆਨ ਨਹੀਂ ਹੈ। ਕਿੱਡੇ ਛਾਤਰ ਆਦਮੀ ਨੇ, ਛਾਤਰ ਆਦਮੀ ਨੇ ਇਹ। ਕੱਲ ਮੈਂ ਇਹ ਗੱਲ ਤਾਂ ਨਹੀਂ ਕਹੀ, ਮੈਂ ਕਿਹਾ ਵੀ ਮਾਹੌਲ ਵਿਗੜ ਜੂਗਾ ਜੋ। ਹਾਂਜੀ, ਕੰਪੀ ਭੂਮ ਗਗਨ ਕਾ ਹੈਰਾਨਾ। ਕੰਪੀ ਭੂਮ, ਸਾਰਿਆਂ ਦੇ ਦਿਲ ਕੰਬ ਗਏ, ਚਾਹੇ ਦੇਵਤੇ ਸੀ ਚਾਹੇ ਰਾਖਸ਼ ਤੇ। ਉਹ ਭੂਮ ਧਰਤੀ ਥੋੜੀ ਕੰਬ ਗਈ, ਧਰਤੀ ਦਾ ਭੁਚਾਲ ਤੇ ਕੰਬਦੀ ਹੈ। ਸਾਰਿਆਂ ਦੇ ਅੰਦਰ ਕੰਬ ਗਏ, ਅੰਦਰ। ਇਹ ਕੀ ਹੋ ਗਿਆ? ਧਾਰਮਿਕ ਕਹਿੰਦੇ ਅਸੀਂ ਧਾਰਮਿਕ ਨਹੀਂ ਸਾਬਤ ਹੋ ਗਿਆ, ਉਹ ਰਾਖਸ਼ ਵੀ ਇਹੀ ਸਾਬਤ ਕਰਦੇ ਤੇ ਵੀ ਇਹ ਧਾਰਮਿਕ ਨਹੀਂ ਹੈ। ਹੁਣ ਉਹ ਗੱਲ ਨਾਲ ਵੀ ਸਾਬਤ ਹੋ ਗਿਆ ਧਾਰਮਿਕ ਨਹੀਂ। ਹੁਣ ਉਹ ਦੇਵਤੇ ਵੀ, ਮਤਲਬ ਦੇਵਤੇ ਵੀ ਝੂਠੇ ਸਾਬਤ ਹੋ ਗਏ, ਉਹ ਰਾਖਸ਼ ਵੀ ਝੂਠੇ ਸਾਬਤ ਹੋ ਗਏ। ਰਾਖਸ਼ ਤਾਂ ਇਸ ਕਰਕੇ ਖੁਸ਼ ਨੇ ਦੇਵਤੇ ਝੂਠੇ ਸਾਬਤ ਕਰਕੇ, ਦੇਵਤੇ ਇਸ ਕਰਕੇ ਝੂਠੇ ਨੇ ਵੀ ਰਾਖਸ਼, ਦੇਵਤੇ ਤਾਂ ਖੁਸ਼ ਨੇ ਵੀ ਰਾਖਸ਼ਾਂ ਤੇ ਕੁੱਟ ਪੈਂਦੀ ਹੈ। ਕੁੱਟ ਦੋਹਾਂ ਤੇ ਹੀ ਪੈਂਦੀ ਹੈ, ਝੂਠੇ ਦੋ ਹੀ ਸਾਬਤ ਹੁੰਦੇ ਨੇ। ਇਸ ਕਰਕੇ ਦੋਏ ਝੂਠੇ ਸਾਬਤ ਹੁੰਦੇ ਨੇ, ਦੋਏ ਵਿਰੋਧੀ ਨੇ ਆਪਸ ਵਿੱਚ ਹੀ। ਦੋਹਾਂ ਨੂੰ ਚੁੱਪ ਕਰਨਾ ਪੈਂਦਾ, ਸੱਚ ਦੇ ਸਾਹਮਣੇ ਦੋਹਾਂ ਨੂੰ ਚੁੱਪ ਕਰਨਾ ਪੈਂਦਾ। ਇਸ ਕਰਕੇ ਸੱਚ ਸਾਹਮਣੇ ਕਾ ਖਸਮ ਆਉਂਦਾ ਹੁਣ ਵਿਚਾਲੇ। ਹਾਂਜੀ, ਕੰਪੀ ਭੂਮ ਗਗਨ ਕਾ ਹੈਰਾਨਾ। ਗਗਨ ਕਾ ਹੈਰਾਨਾ, ਗਗਨ ਦੇ ਵਿੱਚ ਦੁਨੀਆ ਜਿਹੜਾ ਮਾਹੌਲ, ਗਗਨ ਜਦ ਬਿਜਲੀ ਕੜਕਦੀ ਹੈ ਨਾ, ਉਦੋਂ ਗਗਨ ਕਾ ਹੈਰਾਨਾ। ਬਹੁਤ ਜ਼ੋਰ ਨਾਲ ਬਿਜਲੀ ਨਹੀਂ ਕੜਕਦੀ, ਸਾਰੇ ਡਰ ਜਾਂਦੇ ਨੇ। ਜਦੋਂ ਕੜਕ ਕੇ ਆਵਾਜ਼ ਕੜਕ ਕੇ ਵੀ ਗਗਨ 'ਚ ਗਰਜੀ ਸੱਚ ਦੀ, ਸਾਰੇ ਕੰਬ ਗਏ। ਉਹ ਬੱਦਲ 'ਚ ਬਿਜਲੀ ਵੀ ਤਾਂ ਕੜਕਦੀ ਹੈ, ਤੇ ਗਰਜਿਆ ਬੱਦਲ, ਵਿੱਚੇ ਰਾਖਸ਼ ਵਿੱਚੇ ਦੇਵਤੇ ਸਾਰੇ ਕੰਬ ਗਏ। ਇਹ ਕੀ ਹੋ ਗਿਆ? ਇਸ ਗੱਲ ਦਾ ਜਵਾਬ ਹੀ ਨਹੀਂ ਨਾ ਉਹਨਾਂ ਕੋਲ ਨਾ ਉਹਨਾਂ ਕੋਲ। ਗੱਲ ਤਾਂ ਹੈ, ਸੱਚਾ ਹੈ। ਹਾਂਜੀ, ਅਤੁਲ ਬੀਰਜ ਕਹਿ ਔਰ ਰਸਾਨਾ। ਜਿਹੜਾ ਅਤੁਲ ਬੀਰਜ ਸੀ ਉਹ ਹੋਰ ਗੁੱਸੇ 'ਚ ਆ ਗਿਆ। ਰਾਖਸ਼ ਸੀ ਨਾ, ਹੰਕਾਰ ਵੱਧ ਸੀ ਨਾ ਉਹ 'ਚ, ਉਹ ਹੋਰ ਰਿਸ ਗਿਆ। ਮਤਲਬ ਜਿਵੇਂ ਫ੍ਰਿਕਸ਼ਨ ਪੈਦਾ ਹੁੰਦੀ ਹੈ, ਕਿਸੇ 'ਚ ਅੱਗ ਪੈਦਾ ਹੁੰਦੀ ਹੈ, ਉਹ 'ਚ ਹੋਰ ਗੁੱਸਾ ਪੈਦਾ ਹੋ ਗਿਆ। ਹਾਂ, ਇਤ ਦੇਸ ਦੁਲਹ ਦੇਈ ਕੁਮਾਰੀ। ਦੁਲ੍ਹਾ ਦੇਈ ਕੁਮਾਰੀ। ਦੇਖੋ, ਦੁਲ੍ਹਾ ਪੁਲਿੰਗਾ, ਦੇਈ ਇਸਤਰੀ ਲਿੰਗਾ। ਪ੍ਰਭ ਕੋ ਕੁਮਾਰੀ ਵੀ ਲੱਗ ਗਿਆ ਵਿੱਚ, ਕੁਮਾਰੀ ਵੀ ਲੱਗ ਗਿਆ ਨਾਲ। ਦੁਲਹਾ ਆਦਮੀ ਹੁੰਦਾ। ਇਧਰੋਂ ਇੱਕ ਰਾਜਕੁਮਾਰੀ ਕਹਿ ਲੋ, ਚਾਹੇ ਰਾਜਕੁਮਾਰ ਕਹਿ ਲੋ, ਚਾਹੇ ਦੁਲ੍ਹਾ ਕਹਿ ਲੋ, ਚਾਹੇ ਲਾੜਾ ਕਹਿ ਲੋ, ਚਾਹੇ ਲਾੜੀ ਕਹਿ ਲੋ। ਇਤ ਦੇਸ ਦੁਲਹ ਦੇਈ ਕੁਮਾਰੀ, ਚਾਹੇ ਲਾੜਾ ਕਹਿ ਲੋ, ਚਾਹੇ ਲਾੜੀ ਕਹਿ ਲੋ। ਇਹ ਚੜਿਆ ਸ਼ਸਤਰ ਸਾਰ। ਲਾੜਾ ਜਦ ਜੰਗ ਨੂੰ ਚੜਦੇ ਨੇ, ਜਦੋਂ ਕਬੀਰ ਕਹਿੰਦੇ ਮੌਤ ਲਾੜੀ ਨੂੰ ਵੀ ਹੁਣ ਚੱਲੇ, ਇਹ ਸੰਸਾਰੀ ਵੀ ਇਹੀ ਕਹਿੰਦੇ ਨੇ। ਉਹ ਜਿਹਨੇ ਮਰਨ ਕਬੂਲ ਕੀਤਾ ਹੈ ਚਰਚਾ ਦੇ ਵਿੱਚ, ਤਾਂ ਕਬੀਰ ਕਹਿੰਦਾ ਨਾ ਵੀ ਜਿਹਨੇ ਭਾਈ ਇਹ ਮਾਰਗ ਪੈਰ ਤਾਨੇ ਤਮਾਰਗ ਪੈਰ ਤਰੀਜਾ ਸਰਦੀਜਾ ਕੌਣ ਨਾ ਕੀਜਾ। ਤੇ ਫਿਰ ਜੰਗ ਨੂੰ ਜਾਂ ਚੜ੍ਹਦੇ ਨੇ ਗਿਆਨ ਚਰਚਾ ਤੋਂ ਤਾਂ ਕੁਝ ਵੀ ਹੋ ਸਕਦਾ। ਜੇ ਸਿਰ ਤਾਂ ਤਲੀ ਗਲੀ ਮੋਰੀ ਆਓ ਤਾਂ ਹੀ ਹੈ। ਪ੍ਰੇਮ ਦੀ ਗਲੀ ਸਿਰ ਦੇ ਕੇ, ਸਿਰ ਦੀ ਪਰਵਾਹ ਨਾ ਕਰੋ, ਹੰਕਾਰ ਦੀ ਪਰਵਾਹ ਨਾ ਕਰੋ, ਬਾਹਰਲੇ ਸਿਰ ਦੀ ਪਰਵਾਹ ਨਾ ਕਰੋ। ਹਾਂ, ਸ਼ਸਤਰ ਸਾਜ ਰਥ ਕਰੀ ਸਵਾਰੀ। ਸ਼ਾਸਤਰ ਸਾਜ ਕੇ ਉਹਨੇ ਵੀ ਰਥ ਦੇ ਉੱਤੇ ਸਵਾਰੀ ਕਰ ਲਈ।
ਸ਼ਸਤਰਨ ਕਰ ਦੇਖੋ ਇੱਥੇ ਰਥ ਦੀ ਸਵਾਰੀ ਲਿਖਿਆ, ਸ਼ੇਰ ਦੀ ਨਹੀਂ ਲਿਖਿਆ। ਸ਼ਸਤਰ ਸਾਜ ਰਾਜ ਕਿਤੇ ਦੂਲਾ ਲਿਖਿਆ ਨਾ, ਕੋਈ ਜ਼ਰੂਰੀ ਨਹੀਂ ਹੈ ਵੀ ਸ਼ੇਰ ਦੀ ਸਵਾਰੀ ਹੋਵੇ ਹਰ ਵਕਤ, ਪਰ ਹਾਥੀ ਦੀ ਸਵਾਰੀ ਨਹੀਂ। ਇਹਦਾ ਮਤਲਬ ਹੈ ਕੁਛ ਆਦਮੀ ਨਾਲ ਨੇ, ਕਾਫੀ ਕੁਛ ਘੋੜੇ ਨਾਲ ਨੇ ਪੂਰੇ, ਕੁਛ ਸਹਿਮਤ ਨੇ ਕਾਫੀ ਆਦਮੀ ਨਾਲ। ਜਿਵੇਂ ਗੁਰੂ ਨਾਨਕ ਦੇ ਨਾਲ ਕਿੰਨੇ ਆਦਮੀ ਸਹਿਮਤ ਹੋ ਗਏ ਸੀ, ਕਬੀਰ ਨਾਲ ਵੀ ਕਿੰਨੇ ਸਹਿਮਤ ਹੋ ਗਏ ਸੀ। ਇਹ ਨਾਲ ਨੇ, ਉਹ ਘੋੜੇ ਮੂਹਰੇ ਨੇ ਨਾਲ, ਰਥ ਦੇ ਨਾਲ ਘੋੜੇ ਵੀ ਨੇ ਖਿੱਚਣ ਵਾਲੇ, ਸਹਾਇਕ। ਘੋੜਿਆਂ ਦੀ ਵੀ ਤਾਂ ਸਹਾਇਤਾ ਹੈ ਜੰਗ ਦੇ ਵਿੱਚ, ਉਹ ਵੀ ਤਾਂ ਸਹਾਇਕ ਨਹੀਂ। ਸ਼ਸਤਰਨ ਕਰ ਪ੍ਰਣਾਮ ਤੇ ਕਾਲਾ, ਸ਼ਸਤਰਨ ਕਰ ਪ੍ਰਣਾਮ ਤੇ ਕਾਲਾ। ਹਾਂ, ਸ਼ਸਤਰਾਂ ਨੂੰ ਪ੍ਰਣਾਮ ਕੀਤੀ ਉਸ ਵਕਤ। ਉਹ ਪ੍ਰਣਾਮ ਤਾਂ ਹੀ ਕਰਦੇ ਨੇ ਸ਼ਸਤਰਾਂ ਨੂੰ, ਨਿਹੰਗ ਸਿੰਘ। ਉਹ ਨਿਰਾਕਾਰੀ ਸ਼ਸਤਰਾਂ ਨੂੰ ਪ੍ਰਣਾਮ ਹੈ। ਕਾਲ ਤੂੰ ਹੀ ਅਸਕਰਪਾਨ ਖੰਡੋ ਖੜਗ, ਤੁਮਕ ਤਵਰ ਔਰ तीर, साहब सरोही साथी, ये है हमारे पीर। घोड़ा ज्ञान का चलना उन्होंने भी प्रणाम है, सच की काती चलनी उन्होंने भी प्रणाम है, नाम का नेजा चाहिए उन्होंने भी प्रणाम है। ऐ प्रणाम की किहड़ी वर्षन की लोड़ पैनी है। किला जब बनया हुआ ढाउना है तो घोड़ा ज्ञान का ही चलना, वो वर्षे नाल नहीं ठीक होना। जे किला तो हस्त करना है फिर घोड़े ज्ञान के चलने ने उत्थे। जे हाथी ना लाना फिर वर्षा ही है, काम आ जूगा। जे दूए ना दूरों कले ना लड़ना उत्ते तीर नाल काम आ जूगा। और हाथी ना थोड़ी तीर काम आऊगा, हाथी ना नहीं तीर काम आना, हाथी ना वर्षे वाला ही भेजना पऊगा, उत्ते नेजा ही कड्डना पऊगा। नेजा कड्डिया फिर उत्थे जाके। हाँ जी। ਛਾੜਤ ਭੀ ਰਣ ਬਿਸਖ ਕਰਾਲਾ, ਛਾੜਤ ਭੀ ਰਣ ਬਿਸਖ ਕਰਾਲਾ, ਵਿਸ਼ੇਸ਼ ਕਿਸਮ ਦੇ ਕਰਾਲ ਭਿਆਨਕ ਉੱਥੇ ਛੱਡੇ ਗਏ ਹਥਿਆਰ, ਵਿਸ਼ੇਸ਼ ਕਿਸਮ ਦੇ ਵਰਸ਼ਨ ਦਿੱਤੇ ਗਏ ਜਿਹੜੇ ਸੰਸਾਰ 'ਚ ਪਹਿਲਾਂ ਨਹੀਂ ਸੀ ਪਤਾ ਲੋਕਾਂ ਨੂੰ। ਉਹ ਗੱਲਾਂ ਸਾਹਮਣੇ ਆਈਆਂ ਜਿਹੜੀਆਂ ਸੁਣੀਆਂ ਹੀ ਨਹੀਂ ਸੀ ਕਿਸੇ ਨੇ। ਵਿਸ਼ੇਸ਼ ਗੱਲ ਹੁੰਦੀ ਜਿਹੜੀ ਪਹਿਲਾਂ ਨਾ ਦੇਖੀ ਹੋਵੇ। ਵਿਸ਼ੇਸ਼ ਕਿਸਮ ਦੇ ਹਥਿਆਰ ਛੱਡੇ ਉੱਥੇ, ਵਿਸ਼ੇਸ਼ ਕਿਸਮ ਦੀਆਂ ਗੱਲਾਂ ਆਈਆਂ ਜਿਹੜੀਆਂ ਨਹੀਂ ਸੀ ਮਾਰਕੀਟ ਵਿੱਚ ਸੁਣੀਆਂ ਹੋਈਆਂ। ਲੱਗੇ ਬਿਸਖ ਜਬ ਅੰਗ ਕਰਾਰੇ, ਦਾਨਵ ਭਰੇ ਕੋਪ ਤਬ ਭਾਰੇ। ਬਿਸਿੱਖ ਹੈ ਲਫ਼ਜ਼ ਹੈ, ਬਿਸਿੱਖ। ਬਿਸਿੱਖ ਜਬ ਅੰਗ ਕਰਾਰੇ, ਲੱਗੇ ਬਿਸਿੱਖ। ਵਿਸ਼ੇਸ਼ ਕਿਸਮ ਦੀ ਸਿੱਖਿਆ, ਸਿੱਖਿਆ ਉਹ ਸਿੱਖਿਆ ਦੇ ਤੀਰ ਨੇ, ਔਰ ਤੀਰ ਧਾਰ ਕਰਦੇ ਨੇ। ਦਿੱਤੀ ਤਾਂ ਸਿੱਖਿਆ ਹੀ ਸਭ ਨੂੰ ਗੁਰਬਾਣੀ ਨੇ, ਉਹਨੂੰ ਵੀ ਸਿੱਖਿਆ ਹੀ ਦੇਣੀ ਹੈ। ਗੁਰ ਕਹਿਆ ਸਾ ਕਾਰ ਕਮਾਵੋ ਕਹਿ ਕੇ ਗੁਰ ਕੀ ਕਰਨੀ ਕਾਹੇ ਤਾਵੋ। ਉਹ ਜਿਹੜਾ ਡੁੱਬਣ ਵਾਲਾ ਪ੍ਰਪੰਚ ਆ ਛਡਾਇਆ ਜਾਂ ਕਹਿ ਕੇ ਹੋਰ ਕੀ ਕੀਤਾ। ਚਾਲੇ ਤੇ ਹਰ ਮਿਲਣ ਕੋ ਵਿੱਚ ਅਟਕਾ ਚੀਜ਼ ਛਡਾਇਆ ਜੀ ਦੂਆ। ਹਰ ਮਿਲਣ ਚੱਲਿਆ ਸੀ, ਉਹ ਭੁੱਲ ਗਿਆ, ਇੱਥੇ ਚਿੱਟਾ ਡਿੱਗਿਆ, ਕਹਾਂ ਤੁਰ ਪਿਆ, ਇੱਥੇ ਹੀ ਮਰ ਜਾਏਗਾ। ਜਿੱਥੇ ਅਟਕ ਗਿਆ, ਕੋਈ ਬਾਗ ਦੇਖ ਲਿਆ ਅੰਬਾਂ ਦਾ, ਕੋਈ ਅੰਗੂਰਾਂ ਦਾ, ਉਸ ਬਾਗਾਂ ਦੇ ਵਿੱਚ ਤਾਂ ਫਲ ਆਈ ਜਾਣੇ ਨੇ 12 ਮਹੀਨੇ। ਕਦੇ ਕੇਲੇ ਆ ਗਏ, ਜੋ ਬਾਗ ਜੀ ਲੱਗ ਗਿਆ, ਕਦੇ ਬੇਰ ਆ ਗਏ, ਕਦੇ ਕੁਛ ਆ ਗਿਆ, ਉਹ ਤਾਂ ਫਿਰ ਬਾਗਾਂ ਟੋੜਦਾ ਫਿਰੂਗਾ। ਬਾਹਰਲੇ ਰਸਾਂ ਜੁੜ ਜੀ ਗਏ, ਜਿਹੜੇ ਬਾਹਰਲੇ ਰਸਾਂ ਜੁੜ ਜੀ ਗਿਆ ਨਾ, ਜਿਹੜਾ ਬਾਹਰਲੇ ਜਸ ਦਾ ਰਸ ਹੈ ਨਾ, ਜਸ ਵੀ ਇੱਕ ਰਸ ਹੈ, ਸੰਸਾਰ ਦਾ ਜਸ ਵੀ ਰਸ ਹੈ। ਇਹ ਜਿਹੜਾ ਰਸ ਹੈ ਵੀ ਬੜਾ ਖਤਰਨਾਕ ਹੈ। ਦੁਨੀਆ ਦੀਆਂ ਵਡਿਆਈਆਂ ਦਾ ਰਸ ਹੈ। ਆ ਜਿਹੜੇ ਬੜੇ ਬੜੇ ਰਾਸ਼ਟਰਪਤੀ ਨੇ, ਮਿਨਿਸਟਰ ਨੇ, ਧਨਾਢ ਆਦਮੀ ਨੇ, ਇਹ ਸੰਸਾਰੀ ਰਸ 'ਚ ਫਸੇ ਹੋਏ ਨੇ। ਹੋਰ ਕੀ ਹੈ? ਇਹ ਵੀ ਰਸ ਹੈ, ਇੱਕ ਮਾਇਆ ਦੇ ਰਸ ਨੇ। ਜਿਹੜਾ ਫਸ ਗਿਆ ਇੱਥੇ ਹੀ ਰਹਿ ਗਿਆ, ਫਿਰ ਰਸ 'ਚ ਉਹ ਤਾਂ ਉੱਥੇ ਹੀ ਰਹਿ ਗਿਆ। ਮੱਖੀ ਬੈਠੀ ਹੈ ਜਿੱਥੇ, ਉੱਥੇ ਹੀ ਰਹਿ ਗਈ। ਹਾਂਜੀ। ਦਾਨਵ ਭਰੇ ਕੋਪ ਤਬ ਭਾਰੇ, ਜਦ ਵਿਸ਼ੇਸ਼ ਕਿਸਮ ਦੀ ਸਿੱਖਿਆ ਦਿੱਤੀ, ਦਾਨਵਾਂ ਦੇ ਲੱਗੇ ਤੀਰ ਬਿਨ ਬਿਨ ਕੇ ਰੱਖਤੇ, ਉਹ ਗੁੱਸੇ 'ਚ ਬੋਲਦੇ ਨੇ। ਫਿਰ ਉਹ ਦਾਨਵ ਭਰੇ ਕੋਪ ਤਬ ਭਾਰੇ, ਦਾਨਵਾਂ ਨਾਲ ਲੜਾਈ ਹੋ ਰਹੀ ਹੈ। ਦੇਵਤੇ ਤਾਂ ਦੇਖ ਹੀ ਰਹੇ ਨੇ ਵੀ ਇਹ ਗੱਲਾਂ ਤਾਂ ਸਾਨੂੰ ਔੜੀਆਂ ਹੀ ਨਹੀਂ।
ਉਹ ਤਾਂ ਉਹ ਬਸ਼ਰਮ ਹੋ ਰਹੇ ਨੇ ਵੀ ਗੱਲਾਂ ਤਾਂ ਸਾਨੂੰ ਔੜੀਆਂ ਹੀ ਨਹੀਂ, ਇਹ ਝੂਠੇ ਤਾਂ ਹੋ ਸਕਦੇ ਸੀ। ਉਹ ਆਪਣੀ ਕਮਜ਼ੋਰੀ ਮੰਨਦੇ ਨੇ ਵੀ ਸਾਨੂੰ ਗਿਆਨ ਘੱਟ ਸੀ, ਔੜਿਆ ਨਹੀਂ ਸਾਨੂੰ। ਹੁਣ ਜਿੰਨੇ ਵੀ ਹੱਕ ਸੀ 10 ਗ੍ਰੰਥ ਦੇ, ਉਹ ਚੁੱਪ ਤਾਂ ਨੇ, ਉਹ ਮੰਨਦੇ ਨੇ ਵੀ ਸਾਨੂੰ ਤਾਂ ਗੱਲਾਂ ਹੀ ਨਹੀਂ ਔੜੀਆਂ, ਸਾਡੇ 'ਚ ਕਮਜ਼ੋਰੀ ਸੀ। ਦੂਏ ਚੁੱਪ ਹੋ ਗਏ। ਉਹ ਕੀ ਕਹਿਣ, ਸਾਨੂੰ ਕੀ ਕਹਿਣ? ਉਹਨਾਂ ਦਾ ਕਹਿਣਾ ਬਣਦਾ ਨਹੀਂ, ਕਿਉਂਕਿ ਜੰਗ ਤਾਂ ਉਹਨਾਂ ਦੀ ਛੇੜੀ ਦੀ, ਜਿੱਤੀ ਹੋਈ ਆਪਾਂ ਨੇ, ਤਾਂ ਲੜਾਈ ਤਾਂ ਉਹਨਾਂ ਨੇ ਛੇੜੀ ਸੀ। ਦੂਈ ਧਿਰ ਚੁੱਪ ਕੀਤੀ ਹੈ, ਜਿੱਤ ਤਾਂ ਉਹਨਾਂ ਦੇ ਵੀ ਨਾਲ ਹੀ ਹੈ। ਹੱਕਾਂ ਦੇ ਜਿੱਤ ਨਾਲੇ ਆ, ਦੇਵਤਿਆਂ ਦੀ ਵੀ ਜਿੱਤ ਨਾਲ ਹੀ ਆ। ਉਹ ਕਹਿੰਦੇ ਵੀ ਚੱਲ ਅਸੀਂ ਸਰਦਾ ਦੇ ਖੜੇ, ਤੇ ਖੜੇ ਤਾਂ ਗੁਰੂ ਦੇ ਨਾਲੇ ਤੇ। ਅਸੀਂ ਇਹ ਤਾਂ ਨਹੀਂ ਕਿਹਾ ਵੀ ਹੈ ਨਹੀਂ, ਇਸ ਗੱਲ ਦੀ ਤਾਂ ਜਿੱਤ ਹੈ। ਚਲੋ ਗਿਆਨ ਨਹੀਂ ਸੀ ਨਾ, ਸਹੀ ਜਿਹੇ ਜਿਹੇ ਅਰਥ ਸੀ ਸਾਨੂੰ ਪਤਾ ਸੀ, ਉਹੀ ਜਿਹੇ ਦੱਸੀ ਗਏ, ਪਰ ਸਾਡਾ ਵਿਸ਼ਵਾਸ ਸੀਗਾ ਵੀ ਗੁਰੂ ਦਾ ਗ੍ਰੰਥ, ਸਾਡਾ ਵਿਸ਼ਵਾਸ ਝੂਠਾ ਨਹੀਂ ਸੀ। ਇਹ ਤਾਂ ਉਹਨਾਂ ਦੀ ਗੱਲ ਉੱਥੇ ਹੋਈ, ਪਰ ਦੂਜਿਆਂ ਦੇ ਪੱਲੇ ਕੀ ਰਹਿ ਗਿਆ? ਦੂਜਿਆਂ ਦੇ ਪੱਲੇ ਕੱਖ ਹੋ ਨਹੀਂ ਰਿਹਾ। ਸਾਬਤ ਹੋ ਗਏ ਤੁਹਾਡੇ ਅੰਦਰ ਦੁਸ਼ਮਣੀ ਦੀ ਭਾਵਨਾ ਸੀ ਜਦੋਂ ਤੇ ਮਸੰਦ ਸਾੜੇ ਨੇ, ਉਹ ਹੁਣ ਵੀ ਅੱਗ ਜਲਦੀ ਹੈ ਤੁਹਾਡੇ ਅੰਦਰ। ਮਸੰਦ ਸਾੜੇ ਸੀ ਜੀ ਨੇ, ਉਹਦਾ ਚਲਾਇਆ ਹੋਇਆ ਪੰਥ ਸੀ ਰਹਿਣ ਨਹੀਂ ਦੇਣਾ। ਤਹਿਸ ਨਹਿਸ, ਉਹ ਮਸੰਦ ਵੀ ਤਹਿਸ ਨਹਿਸੇ ਕਰ ਰਹੇ ਤੇ ਪੰਥ ਨੂੰ, ਤੁਸੀਂ ਉਹਦੀ ਔਲਾਦ ਵੀ ਤਹਿਸ ਨਹਿਸੇ ਕਰ ਰਹੇ ਹੋ। ਉਹ ਵੀ ਤਾਂ ਇਹ ਕਰ ਰਹੇ ਤੇ, ਬਦਨਾਮ ਕਰ ਰਹੇ ਤੇ, ਉਹ ਵੀ ਬਦਨਾਮ ਕਰ ਰਹੇ ਤੇ, ਤੁਸੀਂ ਵੀ ਬਦਨਾਮ ਕਰ ਰਹੇ ਹੋ। ਸੁੱਖਾ ਕਹਿ ਕੇ, ਕਦੇ ਕੁਛ ਕਹਿ ਕੇ। ਫਿਰ ਮੇਰਾ ਗੁਰੂ ਇਹ ਗੱਲ ਲਿਖ ਹੀ ਨਹੀਂ ਸਕਦਾ। ਜੇ ਤੇਰਾ ਗੁਰੂ ਹੈ ਤੂੰ ਪਹਿਲਾਂ ਬਾਣਾ ਪਾ, ਫੇਰ ਗੱਲ ਕਰਾਂਗੇ। ਜੇ ਤੇਰਾ ਗੁਰੂ ਹੈ 10 ਪਾਸ਼ਾ, ਪਹਿਲਾਂ ਬਾਣਾ ਤਾਂ ਪਾ, ਫੇਰ ਗੱਲ ਕਰਾਂਗੇ। ਗੱਲਾਂ ਕਰਦੇ ਨੇ। ਤੇਰਾ ਗੁਰੂ ਹੈ ਪਹਿਲਾਂ ਉਹਦਾ ਬਾਣਾ ਪਾ, ਫੇਰ ਕਹੀ ਮੇਰਾ ਗੁਰੂ ਹੈ। ਸਭ ਬਕਵਾਸ ਕਰਦੇ ਨੇ। ਮੁਖ ਤੇ ਸਵਾਸ ਸਮ੍ਰਿਤ ਹਵੈ ਕਾਢੇ, ਮੁਖ ਤੇ ਸਵਾਸ ਸਮ੍ਰਿਤ ਹਵੈ ਕਾਢੇ, ਸਰਮਿਤ ਹੋਇਆ ਕਾਢੇ। ਮੁਖ ਤੇ ਜੋ ਵੀ ਬੋਲਿਆ ਜਾਂਦਾ ਹੈ, ਸਵਾਸ ਕੱਢਿਆ ਜਾਂਦਾ, ਬੋਲਿਆ ਜਾਂਦਾ। ਸਵਾਸ ਕੱਢਣਾ ਤਾਂ ਬੋਲਣਾ ਹੀ ਹੈ। ਸਭ ਬਾਹਰ ਨੂੰ ਨਿਕਲਦਾ ਜਾਂ ਬੋਲਦੇ ਹਾਂ। ਤਿਨ ਤੇ ਅਮਿਤ ਅਸੁਰ ਰਣ ਵਾਢੇ, ਜੋ ਮੂੰਹ ਦੇ ਵਿੱਚੋਂ ਗੱਲ ਕੱਢ ਰਹੇ ਨੇ, ਕੌਣ? ਰਾਖਸ਼ ਜੋ ਬੋਲ ਰਹੇ ਨੇ। ਰਾਖਸ਼ ਵੀ ਤਾਂ ਗੁੱਸੇ ਜਾ ਕੇ ਬੋਲਦੇ ਨੇ ਕੁਛ। ਦਾਨੋਂ ਭਰੇ ਕੋਪ ਦਾ ਭਰੇ, ਜੋ ਗੁੱਸੇ ਜਾ ਕੇ ਬੋਲ ਰਹੇ ਨੇ, ਉਹ ਸਮਾਂ ਜਿਹੜੇ ਉਹਨਾਂ ਵਾਲੇ ਬੰਦੇ ਨੇ, ਉਹਨਾਂ ਨੂੰ ਰਾਖਸ਼ੇ ਬਣਾ ਰਹੇ ਨੇ, ਹੋਰ ਪੱਕੇ ਕਰ ਰਹੇ ਨੇ ਉਹਨਾਂ ਗੱਲਾਂ ਤੇ। ਜੋ ਮਿਸ਼ਨਰੀ ਵਾਲਿਆਂ ਨੇ ਜੋ ਵੀ ਕੁਝ ਕਿਹਾ ਹੈ, ਉਹਨਾਂ ਨੇ ਆਪਣੇ ਬੰਦਿਆਂ ਨੂੰ ਹੋਰ ਦ੍ਰਿੜ ਕੀਤਾ ਵੀ 10 ਗ੍ਰੰਥ ਹੈ ਹੀ ਨਹੀਂ, ਜੋ ਸਵਾਸ ਕੱਢਦੇ ਰਹੇ ਨੇ। ਹੁਣ ਵੀ ਜਿਹੜੀਆਂ ਗੱਲਾਂ ਕਹਿੰਦੇ ਨੇ, ਇਸ ਕਰਕੇ ਕਹਿੰਦੇ ਨੇ ਵੀ ਸਾਡੇ ਜਿਹੜੇ ਪੱਖ ਵਾਲੇ ਆਦਮੀ ਨੇ, ਉਹ ਹੋਰ ਬੰਦੇ ਜ਼ਿਆਦਾ, ਸਾਡੇ ਨਾਲ ਬੰਦੇ ਵਿਰੋਧੀ ਜ਼ਿਆਦਾ ਬਣ ਜਾਣ, ਜ਼ਿਆਦਾ ਵਿਰੋਧ ਖੜੇ ਹੋ ਜਾਣ ਲੋਕ। ਹਾਂ, ਤਿਨ ਤੇ ਅਮਿਤ ਅਸੁਰ ਰਣ ਵਾਢੇ, ਤਿੰਨ ਤੇ ਅਮਿਤ ਉਹ ਗੱਲਾਂ ਨਾਲ ਹੋਰ ਰਾਖਸ਼ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਰਾਖਸ਼ ਹੋਰ ਵੱਧ ਜਾਣ। ਤਿਨ ਕਾ ਬਾਲ ਬਹੁਰ ਵੱਧ ਕਰਾ, ਫਿਰ ਉਹ ਜਿਹੜਾ ਬਾਲ ਸੀ, ਜੋ ਉਹਨਾਂ ਨੇ ਵਰਸ਼ਨ ਦਿੱਤੇ ਪਹਿਲਾਂ, ਲੋਕਾਂ ਦਾ ਵਿਸ਼ਵਾਸ ਹੋਇਆ ਵੀ ਨਹੀਂ ਗੱਲ ਬਣਦੀ ਨਹੀਂ ਹੈ, ਪਰਮੇਸ਼ਰ ਵਾਲੀ ਚੀਜ਼ ਨਹੀਂ ਹੈ, ਨਹੀਂ ਪਰਮੇਸ਼ਰ। ਰਾਖਸ਼ ਉਹਨਾਂ ਨੇ ਕਹਿੰਦੇ ਵੀ ਹੈ ਤਾਂ ਦਿਖਾਓ ਅੱਖਾਂ ਨੂੰ। ਹੁਣ ਅੱਖਾਂ ਨੂੰ ਨਹੀਂ ਦੀਦਾ, ਨਹੀਂ ਇਹ ਗਾਹਾਂ ਜਾ ਕੇ ਪਤਾ ਲੱਗੂਗਾ। ਕਹਿੰਦੇ ਜੇ ਹੋਵੇ ਤਾਂ ਦਿਖਾਓ, ਕਰਾਓ ਦਰਸ਼ਨ। ਆ ਮੂਰਤੀ ਦੇ ਦਰਸ਼ਨ ਇੱਕ ਦਿਨ 'ਚ ਥੋੜ੍ਹੀ ਫੈਸਲਾ ਹੋ ਜਾਊਗਾ। ਇਹ ਗੱਲ ਇੱਕ ਦਿਨ 'ਚ ਫੈਸਲਾ, ਧਰਮ ਦਾ ਇੱਕ ਦਿਨ ਚਰਚਾ ਹੋ ਜਾਊਗੀ। ਉਹ 20 ਸਾਲ ਦਾ ਪਹਿਲਾਂ ਚੱਲਦਾ ਰਿਹਾ, ਕੋਈ ਫੈਸਲਾ ਨਹੀਂ ਹੋਇਆ। ਹੁਣ ਇੱਥੇ ਇੱਕ ਦਿਨ 'ਚ ਕਿਵੇਂ ਹੋ ਜੂ? ਇੱਥੇ ਵੀ ਸਾਲ 2 ਸਾਲ 'ਚ ਪਤਾ ਲੱਗਦਾ ਹੁੰਦਾ ਸਾਰੀ ਅਸਲੀਅਤ ਕੀ ਹੈ। ਉਹ ਜਿਹੜੇ ਫੇਰ ਰਾਖਸ਼ ਹੋ ਗਏ ਜ਼ਿਆਦਾ ਪੱਕੇ, ਤਿਨਕਾ ਬਾਲ ਤਾਂ ਉਹਨਾਂ ਨੂੰ ਬਾਲ, ਉਹ ਬਾਲਕ ਨੇ, ਬਾਲ ਬੁੱਧ ਨੇ ਜੋ ਸੀ, ਉਹ ਬਾਲ ਲਿਖਿਆ, ਜੋ ਚੰਡੀ ਨਹੀਂ ਹੈਗੀ, ਚੰਡੀ ਨਹੀਂ ਹੈ, ਬਾਲ ਬੁੱਧ ਹੈ।
ਉਹਨੇ ਫੇਰ ਵਰਸ਼ਨ ਐਸੇ ਦਿੱਤੇ, ਉਹਨਾਂ ਨੂੰ ਝੂਠੇ ਸਾਬਤ ਕੀਤੇ, ਉਹ ਕੱਟਤੇ, ਉਹਨਾਂ ਦੇ ਸਾਰੇ ਸਟੈਂਡ ਕੱਟਤੇ। ਜਿਹੜੇ ਨਵੇਂ ਸਟੈਂਡ ਲਏ ਗਏ, ਜਿਨ੍ਹਾਂ ਨੂੰ ਆਮ ਪਬਲਿਕ ਨੇ ਮੰਨ ਲਿਆ, ਉਹਨਾਂ ਦੀ ਧਿਰ ਦੇ ਜਿਹੜੇ ਰਾਖਸ਼ ਸੀ ਉਹਨਾਂ ਨੇ ਮੰਨ ਲਿਆ ਉਸ ਸਟੈਂਡ ਨੂੰ, ਔਰ ਉਹ ਹੋਰ ਮੁਖਰ ਹੋ ਕੇ ਜ਼ਿਆਦਾ ਲੋਕ ਬੋਲਣ ਲੱਗ ਗਏ, ਜ਼ਿਆਦਾ ਰਾਖਸ਼ ਬੋਲਣ ਲੱਗ ਗਏ। ਵਾਢੇ ਦਾ ਹੁੰਦਾ ਬੋਲਣ ਵਾਲਿਆਂ ਦੀ ਤਾਦਾਦ ਵੱਧ ਗਈ। ਜਿਹੜੇ ਬੋਲਦੇ ਨੇ ਉਹੀ ਰਾਖਸ਼ ਮੰਨੇ ਜਾਂਦੇ, ਜਿਹੜਾ ਚੁੱਪ ਕੀਤਾ ਉਹਦਾ ਕੀ ਪਤਾ ਕੀ ਹੈ। ਜੇ 4 ਆਦਮੀ ਬੋਲਦੇ ਤੇ 14 ਬੋਲਣ ਲੱਗੇ, 10 ਹੋਰ ਵੱਧ ਗਏ। ਗੱਲ ਤਾਂ ਠੀਕ ਹੈ ਜਿਹੜੀ ਇਹ ਕਹਿੰਦੇ ਨੇ, ਲੈ ਜੇ ਉਹਨਾਂ ਦੀ ਗੱਲ ਦੀ ਹਾਂ ਜਾਂ ਮਿਲਾਉਣ ਲੱਗ ਗਏ, ਠੀਕ ਆਪੇ ਵੱਡੇ। ਇਹ ਕਹਿੰਦੇ ਨੇ ਗੱਲ ਠੀਕ ਹੈ, ਇਹ ਵੀ ਠੀਕ ਹੈ ਇਹਨਾਂ ਦੀ। ਉਹ ਜਿਹੜੇ ਉਹਨਾਂ ਦੇ ਸਪੋਰਟ 'ਚ ਖੜੇ ਹੋਏ, ਜਦੋਂ ਬਾਲ ਜਿਹੜਾ ਬੁੱਧ ਸੀ, ਜਿਹੜਾ ਅਜੋ ਪੂਰਾ ਗਿਆਨ ਨਹੀਂ ਹੈ, ਜੋ ਪੂਰਾ, ਉਹਨੇ ਉਹਨਾਂ ਦੇ ਸਾਰੇ ਕੱਢ ਦਿੱਤੇ, ਸਾਰਾ ਜਵਾਬ ਦਿੱਤਾ ਵੀ ਇਹ ਗੱਲ ਬਣਦੀ ਹੋਈ ਨਹੀਂ, ਝੂਠ ਸਾਬਤ ਕਰਤਾ ਵੀ ਝੂਠ, ਅਗਿਆਨਤਾ ਇਹਦੇ ਵਿੱਚ। ਹਾਂ, ਤਿਨਕਾ ਬਾਲ ਬਹੁਰ ਵੱਧ ਕਰਾ, ਬਾਲ ਨੇ ਉਹਨਾਂ ਦਾ ਵੱਧ ਕਰਤਾ, ਉਹ ਵੀ ਕੱਟ ਦਿੱਤੇ, ਉਹਨਾਂ ਦੇ ਸਾਰੇ ਕੱਟਤਾ ਗਿਆਨ ਵੀ ਇਹ ਭਰਮ ਗਿਆਨ ਹੈ ਤੁਹਾਡਾ। ਜੇ ਨਹੀਂ ਸੀ ਸੰਪਾਦਨਾ ਕੀਤੀ, ਕਬੀਰ ਨੇ ਕਿਹੜਾ ਸੰਪਾਦਨਾ ਕੀਤੀ ਸੀ? ਪੰਜ ਪਾਤਸ਼ਾਹ ਨੇ ਸੰਪਾਦਨਾ ਕੀਤੀ ਬਾਣੀ ਦੀ, ਭਗਤਾਂ ਨੇ ਕੀਤੀ ਸੀ। ਜੇ ਅੱਜ ਕੋਈ ਚੈਲੰਜ ਕਰ ਦੇਵੇ ਉਸ ਗੱਲ ਨੂੰ, ਫਿਰ ਕੀ ਕਰੋਗੇ? ਜੇ 10 ਪਾਤਸ਼ਾਹ ਦੀ ਬਾਣੀ ਬਾਅਦ ਸੰਪਾਦਨ ਹੋ ਗਈ, ਫਿਰ ਕੀ ਹੋ ਗਿਆ? ਉਹਦਾ ਨਾਲ ਦਾ ਹੀ ਸੀ। ਪੰਜਵੇਂ ਪਾਤਸ਼ਾਹ ਕਬੀਰ ਦੇ ਤਾਂ ਨਾਲ ਹੈ ਹੀ ਨਹੀਂ ਸੀ, ਰਵਿਦਾਸ ਦੇ ਤਾਂ ਨਾਲ ਹੈ ਹੀ ਨਹੀਂ ਸੀ। ਇਹ ਤਾਂ ਕਿਉਂ ਨਹੀਂ ਕਿੰਤੂ ਕਰਦੇ? ਇਹ ਤਾਂ ਕਦੇ ਨਹੀਂ ਕਰਦੇ, ਉਹ ਤਾਂ ਹੀ ਕਿਉਂ ਕਰਦੇ ਹੋ? ਅਸਲ 'ਚ ਅਲਰਜੀ ਤਾਂ 10 ਪਾਤਸ਼ਾਹ ਨਾਲ ਹੈ, ਉਹ ਪੰਥ ਨਾਲ ਹੈ, ਉਹ ਗ੍ਰੰਥ ਨਾਲ ਹੈ। ਦੂਏ ਨਾਲ ਅਲਰਜੀ ਹੈ ਨਹੀਂ, ਦੂਏ ਨਾਲ ਵੀ ਹੈ, ਅੰਦਰੋਂ ਦੂਏ ਨਾਲ ਵੀ ਹੈ। ਦੂਏ ਨਾਲ ਹੋਰ ਕਿਸ ਹੁੰਦੀ ਹੈ ਵੀ ਆ ਜਿਹੜੇ ਬ੍ਰਾਹਮਣ ਨੇ, ਖੱਤਰੀ ਨੇ, ਇਹਨਾਂ ਦੀ ਬਾਣੀ ਅੱਡ ਕਰੋ, ਆ ਸ਼ੂਦਰਾਂ ਦੀ ਬਾਣੀ ਅੱਡ ਕਰੋ। ਉੱਥੇ ਵੀ ਅਲਰਜੀ ਹੈ, ਉੱਥੇ ਹੋਰ ਤਰ੍ਹਾਂ ਦੀ ਸੀ। ਉਹ ਇੱਕ ਵੱਖਰਾ ਗਰੁੱਪ ਬਣਾਤਾ, ਉਹ ਭਾਈ ਰਣਧੀਰ ਸਿੰਘ ਵਾਲਾ ਦੂਆ ਬਣਾਤਾ, ਇਹ ਦੂਆ ਬਣ ਗਏ, 2 ਧੜੇ ਬਣ ਗਏ। ਆਪੇ ਖੋਟ ਪਾਉਣ ਵਾਲੇ, ਆਪੇ ਖੋਟ ਦੇ ਖਿਲਾਫ ਰੌਲਾ ਪਾਉਣ ਵਾਲੇ ਬਾਅਦ 'ਚ ਖੜੇ ਹੋ ਜਾਂਦੇ ਨੇ। ਆਪੇ ਖੋਟ ਪਾਉਂਦੇ ਨੇ, ਆਪੇ ਇਤਿਹਾਸ ਵਿਗਾੜਨ ਵਾਲੇ, ਆਪੇ ਇਤਿਹਾਸ ਦੇ ਖਿਲਾਫ ਬੋਲਣ ਵਾਲੇ। 50 ਸਾਲ ਬਾਅਦ ਇਹ ਕੰਮ ਕਰਦੇ ਨੇ। ਆਪੇ ਇਤਿਹਾਸ ਵਿਗਾੜਨਾ, 50-60 ਸਾਲ ਬਾਅਦ ਆਪੇ ਰੌਲਾ ਪਾ ਦੇਣਾ ਕਿ ਸੱਚ ਨੂੰ ਝੁਠਲਾਉਣਾ। ਇਹ ਪੇਸ਼ਾ ਸੀ ਇਹਨਾਂ ਦਾ। ਤਿਨਕਾ ਬਾਲ ਬਹੁਰ ਵੱਧ ਕਰਾ, ਉਨਕਾ ਸਰੂਣ ਪ੍ਰਿਥੀ ਪਰ ਪਰਾ। ਉਹਨਾਂ ਦਾ ਵੱਧ ਕੀਤਾ, ਉਹਨਾਂ ਦਾ ਖੂਨ ਡਿੱਗਿਆ ਥੱਲੇ, ਲੋਭ। ਉਹਨਾਂ ਨੇ ਕਿਹਾ ਵੀ ਸਾਡੀ ਤਾਂ ਫਿਰ ਸਾਰੀਆਂ ਉਹ ਕੰਗਿਆਂ ਕੜਿਆਂ ਦੀਆਂ ਇਹਨਾਂ ਦੀਆਂ ਦੁਕਾਨਾਂ ਨੇ, ਰੁਮਾਲੇ ਹੀ ਵੇਚਦੇ ਨੇ। ਇਹ ਧੰਦਾ ਧਰਮ ਨਹੀਂ। ਇਹ ਡਿੱਗਿਆ ਜਦ ਖੂਨ, ਉਹ ਕਹਿੰਦੇ ਆਪਣਾ ਸਾਰਿਆਂ ਦਾ ਬੰਦ ਹੋ ਜਾਊਗਾ, ਫਿਰ ਖਾਣਾ ਪੀਣਾ ਸਾਰੇ ਇਕੱਠੇ ਹੋ। ਆਪਣਾ ਦਾ ਪੇਸ਼ਾ, ਆਪਣਾ ਜੀਵਨ ਹੈ, ਤੇ ਖੜਾ ਉਹ ਖੂਨ ਡਿੱਗਿਆ ਨਾ, ਲੋਭ ਦਿਖਾਇਆ ਬਾਹਰ ਡਿੱਗਦਾ, ਉਹ ਸਾਰੇ ਇਕੱਠੇ ਹੋ ਗਏ। ਜਾਂ ਛੱਡਣਾ ਪਊਗਾ, ਨਹੀਂ ਹੁਣ ਇਕੱਠੇ ਹੋਵੋ। ਲੋਭ ਰਤ ਬਾਹਰ ਆਈ, ਜਾਂ ਲੋਭ ਰਤ ਬਾਹਰ ਆਈ ਵੀ ਇਹ ਲੋਭੀ ਨੇ, ਇਹਨਾਂ ਦਾ ਵਿਸਾਹ ਨਾ ਕਰੋ ਵੀ ਇਹ ਸਿੱਖ ਬਣ ਜਾਣਗੇ। ਲੋਭੀ ਦਾ ਵਿਸਾਹ ਨਾ ਕੀਜੇ। ਉਹ ਜੇ ਤੁਸੀਂ ਲਿਖਦੇ ਹੋ ਵੀ ਰੁਮਾਲੇ ਵੇਚਦੇ ਨੇ, ਜਿਹੜੇ ਲੈਂਦੇ ਨੇ ਉਹ ਕਾਹਦੇ ਲੈਂਦੇ ਨੇ? ਜਿਹੜੇ ਖਰੀਦਦੇ ਨੇ ਰੁਮਾਲੇ ਗੁਰੂ ਘਰ ਦੇ ਨਵੇਂ, ਦੂਏ ਦਿਨ ਫੇਰ ਵੇਚਦੇ ਨੇ। ਕਸੂਰ ਉਹਨਾਂ ਦਾ ਨਹੀਂ ਹੈ। ਇੱਕ ਆਦਮੀ ਫੀਮ ਵੇਚਦਾ, ਇੱਕ ਲੈ ਕੇ ਆਇਆ, ਜੇ ਲੈ ਕੇ ਆਇਆ ਫੜਿਆ ਜਾਂਦਾ ਉਹ ਮੁਲਜ਼ਮ ਨਹੀਂ। ਲੈ ਕੇ ਆਏ ਬਹੁਤੇ ਫੜੇ ਜਾਂਦੇ ਨੇ, ਵੇਚਣ ਵਾਲਾ ਕੋਈ ਫੜਿਆ ਜਾਂਦਾ। ਲੈ ਕੇ ਆਏ ਮੁਲਜ਼ਮ ਨਹੀਂ ਦੀ ਜੇਬ 'ਚ ਨੇ। ਜਿਹਨੇ ਗੁਰੂ ਘਰ ਦੀ ਗਠੜੀ ਖਰੀਦੀ ਹੈ ਰੁਮਾਲਿਆਂ ਦੀ, ਉਹ ਮੁਲਜ਼ਮ ਨਹੀਂ। ਚੋਰੀ ਦਾ ਮਾਲ ਜਿਹੜਾ ਖਰੀਦਦਾ ਉਹ ਮੁਲਜ਼ਮ ਨਹੀਂ।
ਉੱਡਾ ਹੀ ਮੁਲਜ਼ਮ ਹੈ ਉਹਨਾਂ ਨੂੰ ਦੀ ਗੱਲ ਨਹੀਂ ਕਰਦੇ, ਵੇਚਣ ਵਾਲਿਆਂ ਦੀ ਗੱਲ ਕਰਦੇ, ਕਿ ਉਹ ਆਪਣੇ ਨੇ ਨਾ, ਉਹ ਆਦਮੀ ਉਹ ਆਪਣੇ ਨੇ, ਤਾਂ ਨਹੀਂ ਉਹਨਾਂ ਦੀ ਗੱਲ ਕਰਦਾ ਸਪੋਕਸਮੈਨ। ਇਹਨਾਂ ਵੱਲ ਉਂਗਲੀ ਆਪਣੇ ਵੱਲ ਹੈ ਨਹੀਂ, ਆਪਣੇ ਨੇ ਉਹ। ਇਹ ਕਹਿੰਦੇ ਰਹੇ ਨੇ ਆਹ ਹੈ ਇਹ ਕੁੱਕੜ ਕਾਂ ਕਬੋ ਕਬੀਲਾ ਪਾਲਣਾ, ਇਹ ਤੇ ਮੈਂ ਜੱਟ ਸੰਸਾਰ ਕਬੀਲਾ ਕਰਨਾ। ਅਸੀਂ ਤਾਂ ਨਾ ਆਪਣੇ ਨੂੰ ਬਖਸ਼ੀਏ ਨਾ ਪਰਾਏ ਨੂੰ ਬਖਸ਼ੀਏ। ਸੱਚ ਸੱਚ ਹੈ, ਇਹ ਜੱਟ ਹੈ ਬਾਦਲ, ਜੇ ਉਹ ਗੁਰਮਤਿ ਦੇ ਖਿਲਾਫ ਜਾਂਦਾ ਸਾਡਾ ਕੋਈ ਨਹੀਂ ਲੱਗਦਾ। ਕੌਣ ਹੈ ਕੌਣ ਨਹੀਂ ਹੈ ਜੱਟ, ਗੁਰਬਾਣੀ ਤਾਂ ਮੰਨਦੀ ਹੋਈ ਨਹੀਂ, ਸਾਰੇ ਇੱਕੋ ਨੇ। ਇਹ ਤਾਂ ਮਨਮੁੱਖਾਂ ਦੀਆਂ ਬਣਾਈਆਂ ਹੋਈ ਗੱਲਾਂ ਨੇ, ਜੱਟ ਹੈ ਉਹ ਹੈ ਫਲਾਨਾ ਟਿਪਕਾ। ਗੁਰਬਾਣੀ ਤਾਂ ਬੰਦੀ ਨਹੀਂ ਮਾਨਸ ਕੀ ਜਾ ਸਭੇ ਕੇ ਪਹਿਚਾਣ ਕੋ। ਪਰ ਇਹਨਾਂ ਦੀ ਦ੍ਰਿਸ਼ਟੀ 'ਚ ਫਰਕ ਆ ਵੀ ਆ ਸਾਡੇ ਨੇ ਪਰਾਏ ਨੇ। ਜਦੋਂ ਆਦਮੀ ਦ੍ਰਿਸ਼ਟੀ 'ਚ ਫਰਕ ਰੱਖ ਕੇ ਗੱਲ ਕਰਨ ਲੱਗ ਜਾਵੇ ਫਿਰ ਉਹ ਸਿੱਖੀ ਤੋਂ ਸੈਂਕੜੇ ਕੋਹਾਂ ਦੂਰ ਚਲੇ ਜਾਂਦਾ। ਰੌਲਾ ਇਹ ਪਾਇਆ ਵੀ ਸਪੋਕਸਮੈਨ ਬੜਾ ਸਿੱਖੀ ਦਾ ਪ੍ਰਚਾਰ ਕਰਦਾ, ਕਰ ਲੂਗਾ ਸਿੱਖੀ ਦਾ ਪ੍ਰਚਾਰ। ਦੁਕਾਨਦਾਰ ਸਿੱਖੀ ਦਾ ਪ੍ਰਚਾਰ ਕਰ ਦਿੰਦਾ, ਤਾਂ ਦੁਕਾਨਦਾਰ ਹੈ। ਹਾਂਜੀ, ਅਗਣਤ ਬੜੇ ਤਬੇ ਤਹ ਦਾਨਵ, ਅਗਣਤ ਬੜੇ ਤਬੇ ਤਹ ਦਾਨਵ। ਹੁਣ ਗਿਣਤੀ ਵੱਧ ਗਈ, ਉਹ ਸਾਰੇ ਲੋਭ ਰਤ ਵਾਲੇ ਨਾਲ ਜੁੜ ਗਏ, ਗਿਣਤੀ ਵਧੂ ਹੈ। ਇਹ ਤੁਹਾਡੇ ਵੀ ਖਿਲਾਫ ਹੈ ਗੱਲ, ਇਹ ਥੋੜੀ ਤਾਂ ਰੋਜੀ ਰੋਟੀ ਤੇ ਲੱਤ ਵੱਜੂਗੀ। ਹੁਣ ਜੁੜੋ ਨਾਲ, ਹੁਣ ਸਾਰੇ ਜੋੜੇ। ਹੁਣ ਜਿਹੜੇ ਥੋੜੇ ਬਹੁਤੇ ਹੱਕ 'ਚ ਬੋਲਣ ਲੱਗੇ ਤੇ ਉਹਨਾਂ ਨੂੰ ਦੂਏ ਚੁੱਪ ਕਰਾਉਣ ਲੱਗੇ। ਨਾ 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 ਨਾ, ਉਹਨਾਂ ਨਾਲ ਨਹੀਂ ਜੁੜਨਾ, ਉਹ ਤਾਂ ਆਪਾਂ ਦੇ ਖਿਲਾਫ ਨੇ। ਇਹ ਸਾਰੀ ਇੱਕ ਬਰਾਦਰੀ ਇਕੱਠੀ ਹੋ ਗਈ। ਵਜਨ ਸੀ ਉਹਨਾਂ ਦਾ, ਉਹ ਜਿੰਨੇ ਸੀ ਸਾਰੇ ਰਿਸ਼ਤੇਦਾਰ ਗਾਹਾਂ ਤੇ ਗਾਹਾਂ, ਕੋਈ ਕਿਸੇ ਦਾ ਕੋਈ ਕਿਸੇ ਦਾ, ਉਹ ਸਾਰੇ ਇਕੱਠੇ ਹੋ ਗਏ। ਬੜੇ ਤਹਿ ਦਾਨਵ। ਆਪਾਂ ਹੁਣ ਦੀ ਗੱਲ ਕਰਕੇ ਚੱਲੀਏ, ਹੁਣ ਜਦ ਵੀ ਹੁੰਦਾ ਹੁੰਦਾ ਐਵੇਂ ਹੀ ਹੁੰਦਾ ਜਿਵੇਂ ਹੋਇਆ ਉਦੋਂ ਵੀ ਕੋਈ ਇਹੋ ਜਿਹੀ ਗੱਲ ਹੋਊਗੀ। ਲੋਭੀਆਂ ਦੇ ਖਿਲਾਫ ਜਿਹੜਾ ਅਟੈਕ ਆਇਆ, ਜਿਨ੍ਹਾਂ ਦਾ ਧਰਮ ਧੰਦਾ ਬਣਾਇਆ ਸੀ, ਉਹਨਾਂ ਦਾ ਧੰਦਾ ਸੀ ਜਿਹੜੇ ਸੀ ਮਸੰਦ ਧੰਦਾ ਸੀ ਨਾ, ਗੁਰੂ ਘਰ ਦਾ ਇਕੱਠਾ ਕਰਦੇ ਸੀ, ਉਹ ਜੋ ਰੱਖੀ ਜਾਂਦੇ ਸੀ ਥੋੜਾ ਬਹੁਤਾ ਦੇ ਦਿੰਦੇ ਸੀ, ਧੰਦਾ ਬਣਾ ਲਿਆ ਸੀ। ਇਹਨਾਂ ਦਾ ਵੀ ਧੰਦਾ, ਕਿਉਂਕਿ ਪਿੱਛੇ ਤੇ ਧੰਦਾ ਚੱਲਦਾ ਆਇਆ। ਜਿਹੋ ਜਿਹਾ ਪਿਓ ਕਰੂਗਾ ਪੁੱਤ ਉਹੀ ਜਿਹਾ ਕਰੂਗਾ, ਜੈਸੀ ਬਾਪ ਕਰੀ ਤੈਸੀ ਪੂਤ ਕਰੀ। ਜਿਹੋ ਜੀ ਬਾਪ ਕਰੂਗਾ ਪੁੱਤ ਉਹੀ ਕਰੂਗਾ, ਹੋਰ ਕਰੂਗਾ। ਪਛਤ ਭਏ ਪਕੜ ਕਰ ਮਾਨਵ, ਉਹਨਾਂ ਨੇ ਬਹੁਤ ਸਾਰੇ ਆਦਮੀ ਜਿਹੜੇ ਸੀ ਮਾਨਵ ਖਾ ਲਏ। ਜਿਹੜੇ ਲੱਗੇ ਸੀ ਨਾ ਗੁਰਬਾਣੀ ਦੀ ਗੱਲ ਮੰਨਣ, ਇਹਨਾਂ ਦੀ ਬਰਾਦਰੀ ਵਾਲੇ, ਉਹ ਖਾ ਲਏ ਵੀ ਨਹੀਂ ਮੰਨਣੀ, ਰਿਸ਼ਤੇਦਾਰੀਆਂ ਛੱਡ ਦਾਂਗੇ। ਪਛਤ ਪਏ ਆ, ਖਾ ਲਏ। ਉਹ ਪਛਤ ਭਏ ਪਕੜ ਕਰ ਮਾਨਵ, ਉਹ ਮਾਨਵ ਸੀ। ਮਾਨਸ ਤੇ ਦੇਵਤੇ ਕੀਏ, ਦੇਵਤੇ ਹੋ ਚੱਲੇ ਸੀ। ਮਾਨਵ ਦੇਵਤੇ ਬਣਨ ਨੂੰ ਤਿਆਰ ਹੋ ਗਏ ਸੀ ਮਨ ਕਰਕੇ, ਉਹ ਖਾ ਲਏ ਵੀ ਨਹੀਂ ਬਣਨਾ, ਨਹੀਂ ਤਾਂ ਅਸੀਂ ਤੁਹਾਨੂੰ ਰਿਸ਼ਤਾ ਨਹੀਂ ਕਰਨਾ, ਬਰਾਦਰੀ ਚੋਂ ਕੱਢ ਦਾਂਗੇ। ਉਹ ਖਾ ਲਏ ਸਾਰੇ। ਹੁਣ ਵੀ ਹੋਇਆ ਆਪਾਂ ਨੂੰ ਕਿਤੇ ਪਤਾ ਨਹੀਂ, ਸਭ ਪਤਾ ਕੀ ਹੋਇਆ। ਉਹ ਜੋ ਮਰਜ਼ੀ ਲੁਕੀ ਜਾਣ, ਜਿੱਥੇ ਮਰਜ਼ੀ ਲੁਕੀ ਜਾਣ, ਲੋਕ ਕਿੱਥੇ ਜਾਣਗੇ, ਸਾਹਮਣੇ ਹੀ ਆ ਜੋ ਕੁਛ ਹੈ। ਪਛਤ ਲਿਖਿਆ ਹੋਇਆ, ਖਾ ਲੈ। ਕਿਹਨੇ ਖਾ ਲਏ? ਉਹ ਜਿਹੜੇ ਦਾਨਵ ਪੈਦਾ ਹੋਏ ਖੂਨ ਤੋਂ, ਉਹਨਾਂ ਨੇ ਖਾ ਲਏ। ਉਹ ਦੁਕਾਨਦਾਰਾਂ ਨੇ ਖਾ ਲਏ, ਲੋਭੀਆਂ ਨੇ, ਕਿ ਤੁਹਾਡੇ ਨਾਲ ਸਾਡੀ ਰਿਸ਼ਤੇਦਾਰੀ ਹੈ, ਤੋੜ ਲਾਂਗੇ ਅਸੀਂ, ਨਹੀਂ ਪਿੱਛੇ ਹਟੋ। ਉਹ ਵੀ ਹਟਿਆ ਨਹੀਂ, ਪਟਿਆਲੇ ਵਾਲਾ ਕਿਵੇਂ ਖਾ ਲਿਆ ਉਹ। ਬਸ ਇੱਕੋ ਹੀ ਗੱਲ ਬਹੁਤ ਹੈ, ਖਾ ਲਿਆ ਨਹੀਂ ਖਾ ਲਿਆ। ਹਾਂ
ਕਿੰਨੇ ਖਾਣੇ ਸੀ ਉੱਥੇ ਸਰਹੰਦ ਤੇ, ਬਚ ਗਏ, ਉਹ ਅੜ ਗਏ, ਸਰਹੰਦ ਵਾਲੇ ਅੜ ਗਏ, ਮੂੰਹ 'ਚ ਪੱਥਰ ਬਣ ਗਏ, ਮੂੰਹ 'ਚ ਕੱਢਣੇ ਪਏ ਬਾਹਰ, ਮੂੰਹ 'ਚ ਪਾ ਲਿਓ, ਕਹਿੰਦੇ ਹੀਰੇ ਬਣ ਗਏ ਅਸੀਂ ਲਾਲ, ਖਾਓ, ਖਾ ਕੇ ਦਿਖਾਓ। ਉਹਨੇ ਕਿਹਾ ਦੰਦ ਟੁੱਟ ਜਾਣਗੇ, ਅਸੀਂ ਨਹੀਂ ਫਿਸਣਾ ਤੁਹਾਡਾ, ਤਾਂ ਬਾਹਰ ਕੱਢਤੇ ਉਹਨੇ ਤੁੱਕ ਤੇ ਵੀ। ਚਲੋ ਅਜੇ ਵੀ ਉਹ ਅੱਡ ਗਰੁੱਪ ਚੱਲ ਰਿਹਾ। ਹਾਂ, ਅੱਡ ਗਰੁੱਪ ਹੈ, ਉਹ ਸਭ ਪਤਾ। ਜਬ ਅਬਲਾ ਕੇ ਸੁਭਟ ਚਬਾਏ, ਦੂਲਹ ਦੇ ਤੇ ਬਿਸਖ ਲਗਾਏ। ਤਿੰਨਾਂ ਕਾਲਾਂ 'ਚ ਸੱਚ ਹੈ ਗੱਲ ਇਹ। ਕਹਿੰਦੇ ਬਾਣੀ ਓਏ ਉਹ ਇਹਦੇ ਨਾਲ ਤਾਂ ਇਹ ਜੀ ਤਾਂ ਆਦ ਦੀ ਬਾਣੀ ਵੀ ਨਹੀਂ ਕਥਾ ਜਿਹੜੀ ਅੱਜ ਨਾਲ ਸੱਚ ਹੁੰਦੀ ਚਲੀ ਜਾਵੇ। ਤੁਸੀਂ ਉਹ ਕਰਕੇ ਦਿਖਾਓ ਅੱਜ ਨਾਲ ਸੱਚ ਕਿਤੋਂ ਕਰੋ। ਇਹੋ ਜਿਹੀ ਕਹਾਣੀ ਤਾਂ ਹੈ ਨਹੀਂ ਕਥਾ, ਇਹ ਤਾਂ ਅੱਜ ਨਾਲ ਸੱਚ ਹੁੰਦੀ ਚਲੀ ਜਾਂਦੀ ਹੈ। ਜੋ ਹੋ ਰਿਹਾ ਉਹਦੇ ਨਾਲ ਸੱਚ ਹੈ, ਪਿੱਛੇ ਵੀ ਸੱਚ ਹੈ, ਉਦੋਂ ਪਿੱਛੇ ਵੀ ਸੱਚ ਹੈ, ਉਦੋਂ ਪਿੱਛੇ ਵੀ ਸੱਚ ਹੈ, ਗਾਹਾਂ ਨੂੰ ਵੀ ਸੱਚ ਰਹੂਗੀ। ਤਿੰਨੇ ਕਾਲਾਂ 'ਚ ਸੱਚੇ ਰਹੂਗੀ। ਇਹ ਆਦ ਵਿੱਚ ਵੀ ਸੱਚ ਸੀ, ਜੁਗਾਦ ਵਿੱਚ ਵੀ ਸੀ, ਹੈ ਵੀ ਸੱਚ। ਅਰੇ ਪਰਸੋਂ ਕਾਂਡ ਹੋਇਆ, ਮੱਕੜ ਨੇ ਜਾਂਚ ਦੇ ਹੁਕਮ ਦਿੱਤੇ ਆ ਵੀ ਚੰਦੋਆ ਮੈਨੇਜਰ ਲੈ ਕੇ ਅੰਦਰ ਫਲਾਣੀ ਦੁਕਾਨ ਤੇ ਚੰਦੋਆ ਲੈ ਕੇ ਆਉਣਾ। ਉਹਨੇ ਜਾਂਚ ਦੇ ਹੁਕਮ ਦਿੱਤੇ ਨੇ। ਜਾਂਚ ਤਾਂ ਦਊਗਾ ਹੀ, ਮੈਨੇਜਰ ਲੈ ਕੇ ਦਿੰਦਾ ਹਰਮੰਦਰ ਸਾਹਿਬ ਦਾ ਵੀ ਫਲਾਣੀ ਦੁਕਾਨ ਤੋਂ ਲੈ ਕੇ ਆਉਣਾ ਚੰਦੋਆ। ਵਪਾਰੀ ਕਰਨ ਹੋ ਗਿਆ। ਜਬ ਅਬਲਾ ਕੇ ਸੁਭਟ ਚਬਾਏ, ਦੂਲਹ ਦੇ ਤੇ ਬਿਸਖ ਲਗਾਏ। ਜਬ ਅਬਲਾ ਕੇ ਸੁਭਟ ਚਬਾਏ, ਅਬਲਾ ਕੇ ਸੁਭਟ ਚਬਾਏ। ਇਹ ਅਬਲਾ ਸੁਭਟ ਜਿਹੜੇ ਸੀ ਉਹ ਸੁਪੱਟੇ ਸੀ, ਆਪਣੇ ਨਾਲ ਜਿਹੜੇ ਖੜੇ ਸੀ, ਖੜਨ ਲੱਗੇ ਸੀ, ਸੁਪੱਟੇ ਸੀ, ਬਾਬੂ ਕਿਤੇ ਸੁਭਟ ਨਹੀਂ ਸੀ। ਜਦ ਇਹੋ ਜਿਹੇ ਖਾ ਲਏ, ਦੂਲਹ ਦੇ ਤੇ ਬਿਸਖ ਲਗਾਏ, ਤਾਂ ਫਿਰ ਹੋਰ ਕਿਸਮ ਦੀ ਸਿੱਖਿਆ ਸ਼ੁਰੂ ਕਰਤੀ ਦੂਲੇ ਨੇ। ਦੂਲੇ ਦੇ ਤੇ ਬਿਸਖ ਲਗਾਏ, ਸਿੱਖ ਹੋਰ ਕਿਸਮ ਦੀ ਤੀਰ ਮਾਰਨੇ ਸ਼ੁਰੂ ਕਰਤੇ। ਕਿਹੜੇ? ਇਹਨਾਂ ਦੀ ਬੈਕਗਰਾਉਂਡ ਦੱਸਣੀ ਸ਼ੁਰੂ ਕਰਤੀ ਵੀ ਕੌਣ ਨੇ। ਇਹਨਾਂ ਦੀ ਥੱਲਿਓਂ ਹਿਸਟਰੀ ਬੋਲਣੀ ਸ਼ੁਰੂ ਕਰਤੀ ਵੀ ਕੌਣ ਨੇ। ਉਹ ਕਹਿੰਦੇ ਇੱਕ ਕਵੀ ਸੀ ਸਾਡੇ, ਨਿਹੰਗ ਸਿੰਘ ਸੀ, ਉਹਨੇ ਕਵਿਤਾ ਸੁਣਾਈ। ਉਹ ਕਹਿੰਦਾ ਸੱਪਾਂ ਦੇ ਪੁੱਤ ਅਸੀਂ ਤਾਂ ਆਕਾਸ਼ ਨੂੰ ਛੇੜੇ ਨਹੀਂ, ਕਿਉਂਕਿ ਇੱਥੇ ਇਸਤਰੀਲਿੰਗ ਪੁਲਿੰਗ ਦੋਏ ਚੱਲਦੇ ਨੇ ਚੰਡੀ ਦੇ ਵਿੱਚ। ਅੱਗੋਂ ਕੀ ਆਇਆ ਜਵਾਬ? ਸੱਪਾਂ ਨੂੰ ਬਸ ਵਿੱਚ ਕਰੀਏ ਅਸੀਂ ਸਪੇਰੇ ਨਹੀਂ। ਉਹ ਸੱਪ ਨੇ, ਅਸੀਂ ਸਪੇਰੇ ਹਾਂ, ਬਸ ਅਸੀਂ ਤੁਹਾਨੂੰ ਇਹ ਕਰਨਾ। ਚਲੋ ਭੱਜੋ, ਕਿਧਰੋਂ ਭੱਜਦੇ ਹੋ? ਹਾਂਜੀ, ਦੂਲੇ ਦੇ ਤੇ ਬਿਸਖ ਲਗਾਏ। ਉਹ ਸੱਪਾਂ ਨੂੰ ਬਸ ਸਪੇਰੇ ਹੀ ਕਰਦੇ ਨੇ। ਸੱਪਾਂ ਨੂੰ ਬਸ ਚ ਸਪੇਰੇ ਤੋਂ ਸੱਪ ਭੱਜਦਾ ਡਰਦਾ। ਦੁਨੀਆ ਸੱਪ ਤੋਂ ਡਰਦੀ ਹੈ, ਸਪੇਰੇ ਤੋਂ ਸੱਪ ਡਰਦਾ। ਬੁੱਧ ਕਾ ਪਰਤੋ ਸਰੋਣ ਭੂ ਭਏ। ਬੁੱਧ ਕਾ ਪਰਤ, ਉਤੋਂ ਫਿਰ ਉਹਨਾਂ ਦੇ ਜਿੰਨੇ ਵੀ ਟਪਕੇ ਡਿੱਗਦੇ ਨੇ ਖੂਨ ਦੇ ਬੂੰਦਾਂ, ਬੁੱਧ ਕਾ ਬੂੰਦਾਂ ਪਰਤ ਸਰੋਣ ਭੂ ਭਏ। ਜਿੰਨਾ ਸਰੋਣ ਉਹੀ ਰਕਤ ਬੀਜ ਮੰਗੂ। ਇਹ ਰਕਤ ਬੀਜ ਹੈ ਨਾ, ਰਕਤ ਬੀਜ ਇਹਨਾਂ ਦੀ ਇੱਕ ਰਕਤ ਹੈ, ਇੱਕ ਖਾਨਦਾਨ ਹੈ। ਰਕਤ ਬੀਜ ਦਾ ਮਤਲਬ ਇਹ ਹੈ ਇੱਕੋ ਖੂਨ ਦਾ ਰਿਸ਼ਤਾ ਇਹਨਾਂ ਦਾ। ਇਹ ਖੂਨ ਦੇ ਰਿਸ਼ਤੇ ਵਾਲੇ ਨੇ, ਬਲੱਡ ਰਿਲੇਸ਼ਨ ਵਾਲੇ ਨੇ। ਉਹ ਖੂਨ ਤਾਂ ਉਹੀ ਡੁੱਲਦਾ ਹੁਣ ਸਾਡਾ, ਉਹਨਾਂ ਦਾ ਰਿਸ਼ਤੇ ਵੀ ਆਪਸ ਚ ਰਿਸ਼ਤੇ ਆਪਸ ਵਿੱਚ ਇਹੋ ਜਿਹੇ ਨੇ। ਜਿੰਨੇ ਵੀ ਖੂਨ ਦੇ ਡੁੱਲਦੇ ਨੇ ਤਬਕੇ, ਉਹਨੇ ਹੋਰ ਪੈਦਾ ਹੁੰਦੇ ਨੇ, ਉਹਨੇ ਹੋਰ ਰਿਸ਼ਤੇਦਾਰੀਆਂ 'ਚ ਗਾਹਾਂ ਤੇ ਗਾਹਾਂ ਹੋਰ ਫੈਲਾਉਂਦੇ ਨੇ। ਉਹਨੇ ਜਿੰਨੇ ਬੰਦਿਆਂ ਨਾਲ ਸੰਪਰਕ ਹੁੰਦਾ ਉਹਨਾਂ ਨੂੰ ਹੋਰ ਜੋੜਨਾ ਸ਼ੁਰੂ ਕਰਦੇ ਨੇ। ਯਾਨੀ ਜ਼ਿਆਦਾ ਆਦਮੀ ਖਿਲਾਫ ਹੋ ਜਾਣ, ਜ਼ਿਆਦਾ ਫਿਰ ਬੰਦਿਆਂ 'ਚ ਪ੍ਰਚਾਰ ਕਰਕੇ ਜ਼ਿਆਦਾ ਨੂੰ ਬਾਗੀ ਕਰਦੇ ਨੇ, ਆਪਣੇ ਨਾਲ ਜੋੜਦੇ ਨੇ। ਹਾਂ, ਉਪਜ ਅਸੁਰ ਸਾਹਮਣੇ ਉੱਠ ਧਏ। ਉਹ ਪੈਦਾ ਹੋ ਕੇ ਅਸੁਰ ਸਾਹਮਣੇ ਉੱਠ ਕੇ
ਖੜੇ ਹੋ ਗਏ। ਪੁਨ ਅਬਲਾ ਤਿਨ ਇਹ ਲੜਾਈ ਆ ਜੋ ਸ਼ੁਰੂ ਹੋਈ ਹੈ ਨਾ, ਸ਼ੁਰੂ ਦੇ ਵਿੱਚ ਏਦਾਂ ਹੀ ਹੋਊ ਨਾ। 3-4 ਦੌਰ ਤਾਂ ਇਹੋ ਜਿਹੇ ਹੋਣਗੇ, 3-4 ਦੌਰ ਤਾਂ ਇਹੋ ਜਿਹੇ ਚੱਲਣੇ ਹੀ ਨੇ। ਪੁਨ ਅਜੋ ਉਹ ਨਹੀਂ ਨਾ ਆਇਆ, ਚੱਕਰ ਨਹੀਂ ਨਾ ਜੋ ਚੱਲਿਆ, ਅਜੋ ਸੁਦਰਸ਼ਨ ਚੱਕਰ ਨਹੀਂ ਨਾ ਆਇਆ ਜੋ। जब चक्कर चलाए देव करते सिर 70 को मार जुदा कर दीनो। या कोप पई हर दल विखे चंडी चक्कर समार एक मारते के द्वायते कीने चार। फिर पाए पैदा होनी, फिर देवते राक्षस सारे डर जाने ने। वो अजो बेड़ा नहीं आया। पुन अबला तन बिसक प्रहारे, तुम अवला तन बिसक प्रहारे, ਵਿਸ਼ੇਕ ਪ੍ਰਹਾਰ ਫੇਰ ਕੀਤਾ ਉਹਨਾਂ ਤੇ, ਵਿਸ਼ੇਸ਼ ਕਿਸਮ ਦਾ ਪ੍ਰਹਾਰ ਕੀਤਾ ਉਹਨਾਂ ਤੇ। ਚੱਲੇ ਸਰੋਣ ਕੇ, ਕਿਉਂਕਿ ਅੱਡ ਕਿਸਮ ਦਾ ਪ੍ਰਹਾਰ ਕਰਨਾ ਪੈਂਦਾ ਵੇਲੇ ਸਿਰ। ਇਹ ਪ੍ਰਹਾਰ ਕਰਨ ਦਾ ਵੇਲਾ ਇਤਿਹਾਸ ਦਾ ਹੁਣੇ ਸੀ, ਪਹਿਲਾਂ ਨਹੀਂ ਸੀ। ਪਹਿਲਾਂ ਜੋੜਨ ਦਾ ਵੇਲਾ ਸੀ ਉਹਨਾਂ ਨੂੰ, ਵੀ ਭੁੱਲੇ ਜੇ ਆ ਜਾਣ ਘਰ, ਸੁਬਾਹ ਦਾ ਭੁੱਲਿਆ ਜੇ ਘਰ ਆ, ਜਾਂ ਭੁੱਲਿਆ ਨਾ ਜਾਣੀ। ਜਦ ਦੇਖ ਲਿਆ ਵੀ ਅੜ ਗਏ, ਹੁਣ ਇਹ ਉਹੀ ਖੂਨ ਹੈ, ਉੱਥੇ ਹੀ ਖੜੇ ਨੇ, ਫਿਰ ਅਸੀਂ ਉਹਨਾਂ ਵਾਲਾ ਵਰਤ ਲਿਆ। ਫਿਰ ਦਸਮ ਪਾਤਸ਼ਾਹ ਨੇ ਫੈਸਲਾ ਕਰ ਲਿਆ, ਹੁਣ ਇਹਨਾਂ ਨੂੰ ਸਾੜੇ ਦਿਓ, ਹੁਣ ਇਹਨਾਂ ਦੀ ਆਹੁਤੀ ਦੇ ਦਿਓ। ਇਹਨਾਂ ਦੀ ਆਹੁਤੀ ਦੇ ਦਿੱਤੀ ਵੀ ਸਿੱਖੀ ਚਾਹੀ ਨਹੀਂ ਹੈ, ਖਾਰਜ। ਚੱਲੇ ਸਰੋਣ ਕੇ ਤਹਾਂ ਪਨਾਰੇ, ਬਾਬੇ ਪਰਨਾਲੇ ਚੱਲ ਪਏ ਸਰੋਣ ਦੇ। ਪਰਨਾਲੇ ਹੁਣ ਚੱਲਣਗੇ ਨਾ, ਪਰਨਾਲੇ ਹੀ ਚੱਲਣੇ ਨੇ, ਰੋਈ ਜਾਣ, ਕੀ ਫਰਕ ਪੈਂਦਾ। ਸਾਰਿਆਂ ਨੇ ਮੰਨ ਲਿਆ ਵੀ ਅਸੀਂ ਹੁਣ ਜਾਂ ਤਾਂ ਬੋਧੀ ਬਣ ਜਾਓ ਜਾਂ ਧੋਬੀ ਬਣ ਜਾਓ, ਕੁਛ ਬਣ ਜਾਓ, ਸਾਨੂੰ ਕੀ ਹੈ। 40 ਪਰਿਵਾਰ ਮੈਨੂੰ ਪਤਾ ਲੱਗਿਆ ਵੀ ਉਹ ਈਸਾਈ ਬਣ ਗਏ। ਫੋਨ ਆਇਆ ਸੀ, ਮੇਰਾ ਖਿਆਲ ਸ਼ਾਇਦ ਜਰਮਨ ਦੇ ਵਿੱਚ ਕਿਹੜੇ ਦੇਸ਼ 'ਚ ਬਣੇ ਨੇ, 40 ਬੰਦੇ ਲਿਖਿਆ ਸ਼ਾਇਦ, ਪਤਾ ਨਹੀਂ ਕੌਣ ਨੇ, ਪਤਾ ਲੱਗੂਗਾ ਉਹ ਕੌਣ ਨੇ। ਕਿਉਂਕਿ ਪੈਂਟ ਵਾਲਿਆਂ ਨੇ ਮਿਸ਼ਨਰੀ ਬਣਨਾ ਨਾ, ਮਿਸ਼ਨਰੀ ਵਾਲਿਆਂ ਨੇ ਬਣਨਾ, ਹੋਰ ਕਿਹਨੇ ਬਣਨਾ। ਅੰਗਰੇਜ਼ ਜਦੋਂ ਅੰਗਰੇਜ਼ ਸਿੱਖ ਬਣਗੇ ਫਿਰ ਕਿੱਥੇ ਖੜਨਗੇ, ਜਾਂ ਅੰਗਰੇਜ਼ ਸਿੱਖ ਬਣਗੇ ਫਿਰ ਕਿੱਧਰ ਜਾਣਗੇ। ਮੁਸਲਮਾਨ ਬਣ ਜਾਣ ਫਿਰ ਠੀਕ ਹੈ, ਮੁਸਲਮਾਨ ਨਹੀਂ ਸਾਰੇ ਸਿੱਖ ਬਣਦੇ, ਉਹ ਬਣਾਉਣੇ ਵੀ ਨਹੀਂ ਅਸੀਂ। ਉਹ ਲਿਖਿਆ ਵੀ ਮੁਸਲਮਾਨ ਨੂੰ ਨਹੀਂ ਸਿੱਖ ਬਣਾਉਣਾ, ਸਿੱਖ ਬਣਾਉਣਾ, ਅੰਮ੍ਰਿਤ ਨਹੀਂ ਛਕਾਉਣਾ, ਖਾਲਸਾ ਨਹੀਂ ਛਕਾਉਣਾ ਨਾ। ਦੋ ਰੱਖਣੇ ਹੀ ਨੇ, ਇੱਕ ਨਹੀਂ ਕਰਨੇ ਸਾਰੇ, ਦੋ ਰੱਖਣੇ ਹੀ ਨੇ, ਦੋ ਰੱਖਣੇ ਨੇ। ਉਹਨਾਂ ਦਾ ਵਿਰੋਧ ਕੋਈ ਨਹੀਂ ਹੈ ਸਾਡਾ। ਦੋ ਪਦਾਰਥ ਵਾਲੇ ਹੈਗੇ ਨੇ, ਉਹ ਇਮਾਨ ਤੇ ਲਿਆ ਕੇ ਖੜੇ ਕਰ ਦੇਣੇ ਨੇ, ਅੰਮ੍ਰਿਤ ਨਹੀਂ ਛਕਾਉਣਾ ਉਹਨਾਂ ਨੂੰ, ਰਹਿਣ ਦੇਣ, ਠੀਕ ਹੈ, ਚਲੇ ਜਾਣਗੇ ਉਹ। ਅਗਲੇ ਜਨਮ 'ਚ ਕਰਾਂਗੇ ਉਹਦੇ ਨਾਲ ਗੱਲ। ਬੁੱਧੂ ਸ਼ਾਹ ਨੂੰ ਕਿਹਾ, ਬੁੱਧੂ ਸ਼ਾਹ ਕਹਿੰਦਾ ਅੰਮ੍ਰਿਤ ਛਕਾ ਦਿਓ, ਕਹਿੰਦੇ ਨਹੀਂ, ਠੀਕ ਹੈ ਤੂੰ ठीक है। मुसलमान का हबड़ मुश्किल हो तो मुसलमान का है, मुसलमान को मामूली गल है। मुसलमान दो मुक्ता है, जीवन मुक्ता है मुसलमान। पहली स्टेज जीवन मुक्त दी हुई है। जीवन असल च मुक्ति ही धर्मां दा टीचा है सारियां दा। चार पदार्थ साडे ही ने। खेती करो नवेड़ा, नवेड़ा ही कर दिए साडे ही है। कहत कबीर सुनो रे संतो, खेती करो नवेड़ा, ये नवेड़ा साडे ही है। होर तां कहंदे ने भी चलो घर तां चलीए, मुक्ति है। हाँ, असुर अनंत तहां ते जागे। जिहड़ा मुक्ता दा किसे नाल झगड़ा नहीं रहिंदा। मुक्त झगड़ा नहीं, झगड़ा ही मिटाउणा बस, ना इत्थे ना उत्थे झगड़ा खत्म। सारे ही मुखर हो जाएंगे, सारे ही चार पदार्थ वाले, गल मुश्किल है। मुक्त हो जाएंगे, गल सौखी है। इन्नी के रहता है। हाँ, असुर अनंत तहां ते जागे। असुर अनंत तहां ते जागे, जेड़े प्रणाले चले अनंत असुर जाग पे, जाग पे उन्होंने अंदर भी सारे ही बोलो हुण तकड़े हो गए,
ਸਾਰੇ ਇਕੱਠੇ ਹੋ ਕੇ ਲੜੋ। ਨਹੀਂ ਦੇਖੋ ਨਾ, ਜਿਉਂ ਕਿਸੇ ਦੇਸ਼ ਤੇ ਭੀੜੀ ਪੈਂਦੀ ਜਾਂਦੀ ਹੈ, ਦੂਆ ਹਾਵੀ ਹੁੰਦਾ ਜਾਂਦਾ ਦੂਈ ਧਿਰ, ਫਿਰ ਉਹ ਕਹਿੰਦੇ ਨੇ ਭਾਈ ਸਾਰਿਆਂ ਨੂੰ ਟ੍ਰੇਨਿੰਗ ਦਿਓ ਫੌਜ ਦੀ, ਹੁਣ ਲੜਾਈ ਦੀ ਤਾਂ ਸਰੂਗਾ। ਸਾਰਿਆਂ ਨੂੰ ਬੋਲਣ ਦੀ ਟ੍ਰੇਨਿੰਗ ਦਿਓ, ਲੜਨ ਦੀ। ਕਿ ਚਰਚਾ ਗਲੀਆਂ ਤੱਕ ਆ ਜਾਂਦੀ ਹੈ, ਬਾਜ਼ਾਰਾਂ ਤੱਕ ਆ ਜਾਂਦੀ ਹੈ। ਜੇ ਗਲੀ ਗਲੀ 'ਚ ਲੜਾਈ ਹੋਣ ਲੱਗੀ ਫਿਰ ਕਿਵੇਂ ਕਰੋਗੇ ਤੁਸੀਂ? ਚਰਚਾ ਥੱਲੇ ਤੱਕ ਆ ਜਾਂਦੀ ਹੈ, ਘਰ ਘਰ 'ਚ ਆ ਜਾਂਦੀ ਹੈ ਚਰਚਾ। ਸਾਰਿਆਂ ਨੂੰ ਟ੍ਰੇਨਿੰਗ ਦਿਓ, ਆ ਗੱਲ ਆ। ਉਹ ਜਦ ਪਰਨਾਲੇ ਚੱਲ ਪਏ, ਗਲੀਆਂ 'ਚ ਖੂਨ ਚੱਲ ਪਿਆ, ਫਿਰ ਉਹਨਾਂ ਨੇ ਕਿਹਾ ਸਾਰਿਆਂ ਨੂੰ ਟ੍ਰੇਨਿੰਗ ਦਿਓ ਬੋਲਣ ਦੀ। ਮੁਸਲਮਾਨ ਸਾਰੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਇਸਲਾਮ ਦੀ। ਸਾਡੇ ਕੀ ਹੈ? ਸਾਡੇ ਦਸਤਾਰਾਂ ਦੀ ਟ੍ਰੇਨਿੰਗ ਕਿਹਨੇ ਕੀਤੀ ਹੈ? ਇਹਨਾਂ ਨੇ ਕੀਤੀ ਹੈ ਵੀ ਗੁਰਮਤਿ ਦੀ ਟ੍ਰੇਨਿੰਗ ਦੇਣੀ ਹੋ ਨਹੀਂ, ਗੁਰਮਤਿ ਦੇਤੀ ਅਸੀਂ ਮਰ ਜਾਵਾਂਗੇ। ਹਾਂ ਪੱਗ ਬੰਨ੍ਹਣੀ ਸਿਖਾ ਦਿਓ, ਬਸ ਪੱਗ ਬੰਨ੍ਹਣੀ ਸਿਖਾ ਦਿਓ। ਉਹ ਵੀ ਇਹੀ ਨੇ, ਬਹੁਤ ਸ਼ਰਾਰਤੀ ਨੇ। ਕਿਉਂ ਕਰਦੇ ਨੇ ਸਾਨੂੰ ਤਾਂ ਪਤਾ ਸਾਰਾ ਹੀ। ਪਰ ਟ੍ਰੇਨਿੰਗ ਉਹ ਅਸੀਂ ਦੇ ਦੇਣੀ ਹੈ, ਉਹ ਤਾਂ ਆਵੇ ਹੀ ਹੋ ਜਾਣੇ, ਗੁਰੂ ਨੇ ਦੇ ਦੇਣੀ ਹੈ। ਉਹ ਇੰਟਰਨੈਟ ਗੁਰੂ ਨੇ ਕੀਤਾ, ਅਸੀਂ ਕੀਤਾ। ਅੱਜ ਨੇ ਸੀੜੀਆਂ ਮੋਬਾਈਲਾਂ 'ਚ ਪਾਇਆ, ਆਪਾਂ ਨੇ ਬਣਾਏ ਨੇ ਮੋਬਾਈਲ। ਅਸੀਂ ਕਿਹੜਾ ਕੁਛ ਕੀਤਾ? ਸਾਨੂੰ ਕਿਹੜਾ ਪਤਾ ਹੈ? ਇਹ ਆਪੇ ਹੀ ਹੋਈ ਜਾਣਾ। ਜੂਜਤ ਭਏ ਪੈਗ ਨਹਿ ਭਾਗੇ, ਜੂਜਤ ਪਏ ਪੈਗ ਨਹਿ ਭਾਗੇ। ਉਹ ਰਾਖਸ਼ ਵੀ ਭਿੜ ਗਏ ਗਲੀ ਗਲੀ, ਭੱਜੇ ਨਹੀਂ। ਚਰਚਾ ਸ਼ੁਰੂ ਹੈ, ਪੈਗ ਨਹਿ ਭਾਗੇ। ਇੱਕ ਪੈਰ ਵੀ ਪਿੱਛੇ ਨਹੀਂ ਹਟੇ। ਆਪਣੇ ਜੋ ਗੱਲਾਂ ਨੇ ਉਹਨਾਂ ਤੇ ਦ੍ਰਿੜ ਨੇ, ਆਪਣੇ ਆਪਣੇ ਸਟੈਂਡ ਵੀ ਦਿਖਾਓ। ਉਹ ਦਿਖਾਓ ਤੇ ਹੀ ਹੈ, ਸਾਬਤ ਕਰੋ, ਦਿਖਾਓ, ਅੱਖਾਂ ਨੂੰ ਦਿਖਾਓ। ਹੁਣ ਅੱਖਾਂ ਨੂੰ ਦਿਖਾਓ ਵਾਲਾ ਜਵਾਬ ਅਜੋ ਹਰੇਕ ਕੋਲ ਨਹੀਂ ਹੈ। ਅੱਖਾਂ ਨੂੰ ਦਿਖਾਓ ਵਾਲਾ ਜਵਾਬ ਇਹਨਾਂ ਨੂੰ ਕਿਵੇਂ ਝੂਠੇ ਕਰਨਾ, ਇਹ ਅਜੋ ਜਵਾਬ ਆਇਆ ਨਹੀਂ। ਜਦ ਇਹ ਜਵਾਬ ਆਜੂ ਫੇਰ ਚੁੱਪ ਕਰਨਗੇ। ਉਹ ਜਵਾਬ ਆਇਆ ਨਹੀਂ, ਅਜੋ ਅੱਗ ਸੁਲਗਦੀ ਹੈ। ਇੰਨਾ ਵੀ ਨਹੀਂ ਪਿਆ ਕਿ ਅੱਗ ਬੁੱਝ ਪਏ। ਪਰਸੋਂ ਕਿਰਪਾ ਧਾਰ ਨਹੀਂ ਹੈ। ਜਿਉਂ ਮੀਂਹ ਵੱਧਦਾ ਜਾਂਦਾ ਤੇ ਉਹਤੇ ਅੱਗ ਵਧਾਈ ਜਾਂਦੇ ਨੇ, ਲੱਕੜ ਜ਼ਿਆਦਾ ਵਧਾਈ ਜਾਂਦੇ ਨੇ। ਉਹ ਜਿਉਂ ਮੀਂਹ ਪੈਂਦਾ ਤੇ ਉੱਤੇ ਲੱਕੜ ਹੋਰ ਪਾਈ ਜਾਂਦੇ ਨੇ ਵੀ ਇਹ ਬੂੰਦਾ ਬਾਂਦੀ ਜੀ ਇਹਨੂੰ ਬੁਝਾ ਨਾ ਦੇਵੇ। ਪਰ ਜਦ ਧਾਰ ਬਰਸਣ ਲੱਗ ਜਾਣੀ ਹੈ ਫੇਰ ਜੋ ਮਰਜ਼ੀ ਪਾਈ ਜਾਣ, ਫਿਰ ਲੱਕੜਾਂ ਜਿਹੜੀਆਂ ਪਾਉਣਗੇ ਉਹ ਵੀ ਗਿੱਲੀਆਂ ਹੀ ਨੇ। ਉਹਨਾਂ ਨੇ ਅੱਗ ਫੜਨੀ ਹੋਈ ਨਹੀਂ। ਉਧਰੋਂ ਪਾਣੀ ਪਈ ਜਾਣਾ ਤਾਰਾਂ ਦਾ, ਉਧਰੋਂ ਲੱਕੜ ਗਿੱਲੀ ਆ, ਫੇਰ ਬੁਝੂ। ਧਾਰ ਨਹੀਂ ਅਜੋ ਬਰਸੀ।